ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਦੋਸਤੋ ਮੈਂ ਹਾਂ ਮੋਹਿਤ ਰੂਬਲ ਤੇ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਜੀ ਮੁੱਦਾ। ਅੱਜ ਮੁੱਦੇ ਦੀ ਗੱਲ ਅਸੀਂ ਅਮਰੀਕਾ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਬਹੁਤਾਤ ਸਾਨੂੰ ਵੇਖਣ ਵਾਲੇ ਅਮਰੀਕਾ ਨੇ ਤੇ ਅਮਰੀਕਾ ਦੇ ਵਿੱਚ ਬਹੁਤ ਵੱਡੀਆਂ ਖਬਰਾਂ ਹੋ ਰਹੀਆਂ ਨੇ। ਮੋਹਿਤ ਜੀ, ਜਦੋਂ ਗੱਲ ਆਪਾਂ ਕਰਦੇ ਹਾਂ ਅਮਰੀਕਾ ਦੀ ਤੇ ਤੀਸਰਾ ਦਿਨ ਹੈ ਇੰਪੀਚਮੈਂਟ ਦਾ ਜੀ। ਮਹਾਬਦੋਸ਼ ਦਾ ਟ੍ਰਾਇਲ ਚੱਲਣ ਡਿਆ ਔਰ ਕੱਲ ਜਿਹੜੀ ਗੱਲ ਕਰੀਏ ਦੂਸਰੇ ਦਿਨ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ, ਉਦੋਂ ਇੱਕ ਵੀਡੀਓ ਦਿਖਾਈ ਜਾਂਦੀ ਹੈ। ਉਹ ਫੁਟੇਜ ਇਦਾਂ ਦੀ ਸੀਗੀ ਕਿ ਪਹਿਲਾਂ ਉਹ ਰਿਲੀਜ਼ ਨਹੀਂ ਹੋਈ। ਟਾਈਮਸ ਲਾਈਨ ਦੀ ਫੁਟੇਜ ਆ, ਮਤਲਬ ਉਹਨਾਂ ਦੀ ਕੈਮਰਿਆਂ ਦੀ ਫੁਟੇਜ ਆ। ਕਹਿੰਦੇ ਜੀ ਜਦੋਂ ਉਹ ਸਾਰੇ ਸੈਨੇਟਰਸ ਨੂੰ ਦਿਖਾਈ ਆ ਤੇ ਉਹਨਾਂ ਨੇ ਔਖੇ ਸਾਹ ਲੈਣੇ ਸ਼ੁਰੂ ਕਰ ਦਿੱਤੇ। ਜਿੰਨੇ ਵੀ ਉਹਨਾਂ ਦੇ ਸੈਨੇਟ ਸੀਗੇ ਉਹਨਾਂ ਨੇ ਜਦੋਂ ਵੀਡੀਓ ਦੇਖੀ ਆ ਤੇ ਉਹਨਾਂ ਨੂੰ ਚੁੱਪੀ ਦਾ ਇੱਕ ਜਿਹੜਾ ਅਸਰ ਹੁੰਦਾ ਆ ਉਹ ਸ਼ੁਰੂ ਹੋ ਗਿਆ ਜੀ। ਜਦੋਂ ਤੁਸੀਂ ਲਾਅ ਮੇਕਰਸ ਦੀ ਗੱਲ ਕਰਦੇ ਆ ਤਾਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਲਾਅ ਮੇਕਰਸ ਬੜੀ ਉੱਚੀ ਜਗ੍ਹਾ ਰੱਖਦੇ ਆ ਜੀ। ਜਦੋਂ ਤੁਹਾਨੂੰ ਕਿਹਾ ਜਾਵੇ ਕਿ ਬਈ ਤੁਸੀਂ ਇੱਕ ਮਸ਼ਿੰਦਾ ਜਿਹੜਾ ਹੈ ਆਪਣੇ ਦੇਸ਼ ਦਾ ਚੁਣ ਲਓ, ਉਹਨੂੰ ਮੋਹਤਵਾਰ ਬਣਾ ਦਿਓ। ਅਮਰੀਕਾ ਇਦਾਂ ਦਾ ਮੁਲਕ ਹੈ ਜਿੱਥੇ ਅਸੀਂ ਰਾਸ਼ਟਰਪਤੀ ਨੂੰ ਬੜਾ ਪਵਿੱਤਰ ਸਮਝਦੇ ਹਾਂ ਕਿਉਂਕਿ ਉਹਨਾਂ ਦਾ ਤਾਰੋ-ਬਤਾਰ ਜਿਹੜਾ ਹੈ ਉਹ ਰਾਸ਼ਟਰਪਤੀ ਦੇ ਉੱਤੇ ਹੁੰਦਾ ਜੀ। ਫਿਰ ਉਸ ਤੋਂ ਥੱਲੇ ਦੀ ਗੱਲ ਕਰ ਲਈਏ ਤੇ ਲਾਅ ਮੇਕਰਸ ਆਉਂਦੇ ਆ, ਜਿਹਨੂੰ ਅਸੀਂ ਕਹਿੰਦੇ ਆ ਕਿ ਉਹ MPs ਹੁੰਦੇ ਨੇ, ਸੈਨੇਟ ਹੁੰਦੇ ਨੇ, ਵੱਖਰੇ ਵੱਖਰੇ ਜਿਹੜੇ ਉਹ ਚੁਣ ਕੇ ਭੇਜਦੇ ਆ ਜੀ। ਜਦੋਂ ਉਹਨਾਂ ਦੇ ਉੱਤੇ ਹਮਲਾ ਹੋ ਜਾਵੇ ਤੇ ਸਮਝ ਲਓ ਕਿ ਅਮਰੀਕਨ ਡੈਮੋਕ੍ਰੇਸੀ ਦੇ ਉੱਤੇ ਹਮਲਾ ਹੋਇਆ। ਲੋਕਾਂ ਨੇ ਇਹਦੀ ਬੜੀ ਨਿੰਦਾ ਕੀਤੀ। ਦੁਨੀਆ ਭਰ ਦੇ ਵਿੱਚ ਇਹੀ ਖਬਰਾਂ ਚੱਲਦੀਆਂ ਰਹੀਆਂ ਕਿ 6 ਜਨਵਰੀ ਨੂੰ ਜੋ ਹੋਇਆ ਉਹ ਮੰਦਭਾਗਾ ਹੋਇਆ ਜੀ। ਉਸ ਤੋਂ ਬਾਅਦ ਜਦੋਂ ਹੁਣ ਉਹ ਟੈਸਟੋਨੋਮੀ ਦਿਖਾਈ ਹੈ, ਟਾਈਮਲਾਈਨ ਦਿਖਾਈ ਹੈ ਤੇ ਸਾਰਿਆਂ ਦੀਆਂ ਭੁੱਬਾਂ ਨਿਕਲ ਆਈਆਂ। ਉਹ ਕਹਿੰਦੇ ਕਿ ਕਈ ਤੇ ਲੋਕ ਇਦਾਂ ਦੇ ਸੀ ਜਿਹੜੇ 2-2 ਸੈਕਿੰਡ ਦੇ ਨਾਲ, ਮਿੰਟ ਦੇ ਨਾਲ ਉਹਨਾਂ ਦੀ ਜਾਨ ਬਚੀ ਹੈ ਜੀ। ਤੇ ਜਦੋਂ ਇਦਾਂ ਦਾ ਮਾਹੌਲ ਹੋ ਜਾਵੇ ਤੇ ਸ਼ਾਇਦ ਉਹਨੂੰ ਕਦੇ ਵੀ ਮਾਫ ਨਹੀਂ ਕੀਤਾ ਜਾਂਦਾ। ਇੰਪੀਚਮੈਂਟ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਦਿਨ ਹੋਈ ਹੈ ਔਰ ਉਸ ਤੋਂ ਬਾਅਦ ਬਹੁਤ ਸਾਰੇ ਰਿਪਬਲਿਕਨ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ, ਇਹ ਜੋ ਹੋਇਆ ਇਹ ਗਲਤ ਹੋਇਆ। ਪਰ ਤੁਸੀਂ ਇਹ ਨਾ ਕਹੋ ਕਿ ਇਨਸਾਈਟ ਜਿਹੜਾ ਹੈ ਉਹ ਟਰੰਪ ਨੇ ਕੀਤਾ ਹੈ। ਹਾਰਡਲਾਈਨਰ ਤਾਂ ਵੈਸੇ ਇਨਸਾਈਟ ਹੋਏ ਰਹਿੰਦੇ ਨੇ ਜੀ। ਖੈਰ ਸਾਹਿਬ, ਤੁਸੀਂ ਜੋ ਗੱਲ ਕਰ ਰਹੇ ਹੋ ਇੰਪੀਚਮੈਂਟ ਦੀ, ਐਂਡ ਤੁਸੀਂ ਜੋ ਖਾਸ ਗੱਲ ਕਰ ਰਹੇ ਹੋ 6 ਜਨਵਰੀ ਵਾਲੀ ਜਿਹੜੀ ਕੈਪੀਟਲ ਹਿੱਲ ਉੱਤੇ ਜਿਹੜੀ ਹਿੰਸਾ ਹੁੰਦੀ, ਵਾਕਈ ਜਿਹੜੀ ਵੀਡੀਓ ਹੈ ਵਾਕਈ ਲੋਕਾਂ ਦੇ ਜਿਹੜੇ ਨੇ ਰੌਂਗਟੇ ਖੜੇ ਹੋ ਜਾਂਦੇ ਨੇ ਦੇਖ ਕੇ ਕਿਵੇਂ ਜਿਹੜੇ ਹਿੰਸਾਵਾਦੀ ਜਿਹੜੇ ਲੋਕ ਨੇ ਕਿਵੇਂ ਉਸ ਪੂਰੇ ਕੈਪੀਟਲ ਹਿੱਲ ਉੱਤੇ ਹਮਲਾ ਕਰਦੇ ਨੇ ਤੇ ਕਿਵੇਂ ਬਾਕੀ ਸਾਰੇ ਸੈਨੇਟਰਾਂ ਨੂੰ ਵੀ ਜਾਨ ਦੀ, ਮੈਂ ਕਹਿੰਦਾ ਕਿ ਕਾਫੀ ਕਰੀਬੀ ਉਹਨਾਂ ਦੇ ਬੜੇ ਨੇੜੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚੀ ਹੈ। ਸੋ ਡੈਮੋਕ੍ਰੇਟਸ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਸਿਰਫ ਤੇ ਸਿਰਫ ਟਰੰਪ ਦੇ ਕਹਿਣ ਉੱਤੇ ਹੀ ਉਹ ਹਮਲਾ ਹੁੰਦਾ ਤੇ ਉਹਨਾਂ ਨੇ ਉਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਤਾਂ ਹੀ ਕਾਰਨ ਕਿ ਇੰਪੀਚਮੈਂਟ ਦਾ ਤੀਸਰਾ ਦਿਨ ਤੱਕ ਅਸੀਂ ਜਿਹੜੀ ਕਾਰਵਾਈ ਹੈ ਅੱਗੇ ਪਹੁੰਚ ਚੁੱਕੀ ਹੈ। ਸੋ ਜਿਹੜੀ ਵੀਡੀਓਜ਼ ਨੇ ਉਹਨਾਂ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿ ਕਿਵੇਂ ਨੈਂਸੀ ਪੈਲੋਸੀ ਨੂੰ ਬਚਾਇਆ ਗਿਆ ਸੀਗਾ, ਕਿਉਂਕਿ ਉਹਨਾਂ ਦਾ ਖਾਸ ਕਹਿਣਾ ਹੈ ਕਿ ਨੈਂਸੀ ਪੈਲੋਸੀ ਸ਼ੁਰੂ ਤੋਂ ਹੀ ਟਰੰਪ ਦੇ ਇਸ਼ਾਰਿਆਂ ਤੇ ਰਹੀ ਹੈ, ਟਰੰਪ ਦੇ ਨਿਸ਼ਾਨੇ ਤੇ ਰਹੀ ਹੈ। ਇਸ ਕਰਕੇ ਮੈਂ ਵੀਡੀਓ ਦੇਖ ਰਿਹਾ ਸੀਗਾ, ਮੈਂ ਬਿਆਨ ਪੜ੍ਹ ਰਿਹਾ ਸੀਗਾ ਕਿ ਉਹਨਾਂ ਦੀ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਦੀ ਇੱਕ ਆਡੀਓ ਵੀ ਰਿਲੀਜ਼ ਹੋਈ ਹੈ ਜਿਸ ਵਿੱਚ ਕਿਵੇਂ ਚੀਕਾਂ ਮਾਰਦੇ ਨੇ ਕਿ ਉਹਨਾਂ ਨੂੰ ਬਚਾ ਲਓ, ਉਹਨਾਂ ਨੂੰ ਬਚਾ ਲਓ, ਤੇ ਕਿਵੇਂ ਉਹਨਾਂ ਨੂੰ ਵੱਖਰੀ ਸੁਰੱਖਿਆ ਦੇਖ ਕੇ ਉੱਥੋਂ ਦੀ ਕੱਢਿਆ ਜਾਂਦਾ ਹੈ। ਕਿਉਂਕਿ ਨੈਂਸੀ ਪੈਲੋਸੀ, ਜਿਵੇਂ ਕਿ ਪਹਿਲਾਂ ਮੈਂ ਕਿਹਾ ਕਿ ਟਰੰਪ ਹੋਣਾ ਦੇ ਹਮੇਸ਼ਾ ਨਿਸ਼ਾਨੇ ਤੇ ਰਹੀ ਹੈ ਕਿਉਂਕਿ ਉਹੀ ਕਾਰਵਾਈ ਨੂੰ ਅੱਗੇ ਵਧਾ ਰਹੇ ਸਨ ਜਿਹੜੇ ਨਵੇਂ ਰਾਸ਼ਟਰਪਤੀ ਦੀ ਜਿਹੜੀ ਨਵੀਂ ਕਾਰਵਾਈ ਜਿਹੜੀ ਚੱਲ ਰਹੀ ਸੀਗੀ। ਸੋ ਉਹਨਾਂ ਨੂੰ ਮਾਰਨ ਦੀ ਜਿਹੜੀ ਪਲੈਨਿੰਗ ਜਿਹੜੀ ਹੈ ਹੁਣ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਨੈਂਸੀ ਪੈਲੋਸੀ ਨੂੰ ਮਾਰਨ ਦੀ ਪੂਰੀ ਪਲੈਨਿੰਗ ਕੀਤੀ ਗਈ ਸੀ, ਜਿਸ ਕਰਕੇ ਉਹ ਜਿਹੜਾ ਮਹਾਬਦੋਸ਼ ਦੀ ਕਾਰਵਾਈ ਜਿਹੜੀ ਹੈ ਦੁਬਾਰਾ ਸ਼ੁਰੂ ਹੋਈ ਹੈ ਅਸੀਂ ਕਹਿ ਸਕਦੇ ਹਾਂ। ਤੇ ਇਸ ਵਿੱਚ ਕੋਸ਼ਿਸ਼ ਇਹੀ ਚੱਲ ਰਹੀ ਹੈ ਕਿ ਜੇਕਰ ਉਹਨਾਂ ਦੇ ਜਿਹੜੇ ਸਾਰੇ ਇਲਜ਼ਾਮ ਨੇ ਜਿਹੜੇ ਲਗਾਏ ਜਾ ਰਹੇ ਨੇ ਅਗਰ ਉਹ ਸਾਬਤ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਬੰਦੀ ਸਖਤ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਟਰੰਪ ਦੇ ਵਕੀਲ ਜਿਹੜੇ ਨੇ ਉਹ ਕਾਫੀ ਵੱਡੀ ਮੈਂ ਕਹਿੰਦਾ ਕਿਤਾਬਾਂ ਕਹਿ ਲਿਓ ਜਾਂ ਫਿਰ ਜਿਹੜੇ ਸਟੇਟਮੈਂਟਸ ਕਹਿ ਲਓ ਉਹ ਸਾਹਮਣੇ ਆਈਆਂ ਨੇ ਕਿ ਨਹੀਂ, ਉਹਨਾਂ ਨੇ ਕੋਈ ਵੀ ਇਹੋ ਜਿਹੀ ਹਿੰਸਾ ਨੂੰ ਭੜਕਾਇਆ ਨਹੀਂ ਹੈ, ਉਹਨਾਂ ਨੇ ਕੋਈ ਵੀ ਸੰਬੋਧਨ ਨਹੀਂ ਕੀਤਾ, ਸਗੋਂ ਉਹਨਾਂ ਨੇ ਹਿੰਸਾ ਨੂੰ ਰੋਕਣ ਨੂੰ ਕਿਹਾ ਸੀਗਾ। ਪਰ ਉਹ ਗੱਲਾਂ ਤੇ ਜਦੋਂ ਸਾਬਤ ਦਾ ਫੈਸਲਾ ਹੋਏਗਾ ਉਦੋਂ ਕਲੀਅਰ ਹੋਏਗਾ ਕਿ ਕਿੰਨੇ ਕੀ ਕਿਹਾ ਤੇ ਕਿਵੇਂ ਕਿਹਾ, ਕਿਉਂਕਿ ਅਮਰੀਕਾ ਵਰਗੇ ਦੇਸ਼ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਜੇਕਰ ਕੋਈ ਅਮਰੀਕਾ ਦੇ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਦੇ ਉੱਪਰ ਅਗਰ ਐਡਾ ਵੱਡਾ ਇਲਜ਼ਾਮ ਲੱਗ ਰਿਹਾ ਤਾਂ ਉੱਥੇ ਜਿਹੜੀ ਜਾਂਚ ਹੈ ਉਹ ਬਿਲਕੁਲ ਨਿਰਪੱਖ ਹੋਏਗੀ, ਉੱਥੇ ਕਿਸੇ ਨੂੰ ਵਨ ਸਾਈਡਡ ਨਹੀਂ ਕੀਤਾ ਜਾਏਗਾ। ਜੇਕਰ ਥੋੜੀ ਜਿਹੀ ਭਾਰਤ ਨਾਲ ਮੈਂ ਥੋੜਾ ਕੰਪੈਰੀਜ਼ਨ ਕਰਾਂ ਤੇ ਭਾਰਤ ਵਾਂਗੂ ਨਹੀਂ ਹੋਏਗਾ ਕਿ ਆਪ ਖੁਦ ਉਸਦੀ ਉਸਦੀ ਜਾਂਚ ਕਰ ਲਓ ਤੇ ਆਪ ਹੀ ਆਪਣੇ ਆਪ ਨੂੰ ਬਰੀ ਕਰ ਲਓ। ਅਮਰੀਕਾ ਵਰਗੇ ਦੇਸ਼ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਹੋ ਸਕਦੀ ਹੈ ਕਿ ਅਗਰ ਟਰੰਪ ਦੇ ਉੱਪਰ ਜਿਹੜੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਅਗਰ ਉਹ ਸਾਬਤ ਹੋ ਜਾਂਦੇ ਨੇ ਐਂਡ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਪਨਿਸ਼ਮੈਂਟ ਮਿਲ ਜਾਂਦੀ ਹੈ, ਸੋ ਮਿਸਾਲ ਜਿਹੜੀ ਹੈ ਪੂਰੀ ਦੁਨੀਆ ਨੂੰ ਨਵੀਂ ਮਿਲ ਸਕਦੀ ਹੈ। ਦੇਖੋ, ਅਮਰੀਕਾ ਤਾਂ ਇਦਾਂ ਦਾ ਮੁਲਕ ਹੈ ਜਿੱਥੇ ਆਪਾਂ ਜਦੋਂ ਇੱਥੇ ਮੁੰਡਾ ਜੰਮਦਾ ਸੀ ਤੇ ਉਹਦਾ ਨਾਂ ਅਮਰੀਕ ਸਿੰਘ ਰੱਖ ਦਿੱਤਾ ਜਾਂਦਾ ਸੀ। ਅਮਰੀਕਾ ਦੇ ਨਾਂ ਪਿੱਛੇ ਉਹਦਾ ਨਾਂ ਰੱਖਿਆ ਜਾਂਦਾ ਸੀ ਕਿ ਲੋਕੀ ਇੰਨਾ ਆਈਡਲਾਈਜ਼ ਕਰਦੇ ਆ ਅਮਰੀਕਾ ਨੂੰ, ਔਰ ਕਿਉਂਕਿ ਹੋਣਾ ਵੀ ਚਾਹੀਦਾ। ਜਦੋਂ ਤੁਸੀਂ ਕੋਈ ਚੰਗੀ ਚੀਜ਼ ਦੇਖਦੇ ਹੋ ਉਹਨੂੰ ਆਈਡਲਾਈਜ਼ ਕਰਨਾ ਇਹਦੇ ਵਿੱਚ ਮਾੜੀ ਗੱਲ ਨਹੀਂ ਹੈਗੀ। ਉਹਨਾਂ ਦਾ ਸਿਸਟਮ ਬਹੁਤ ਸਟੀਕ ਹੈ ਔਰ ਇੱਕ ਗੱਲ ਦੂਸਰੇ ਬੰਨੇ ਕਹਿ ਲਓ ਕਿ ਉਹ ਡਿਵੈਲਪ ਕੰਟਰੀ ਹੈ ਜੀ। ਹੁਣ ਸਾਡੇ ਇੱਥੇ ਜਿਹੜੇ ਸਪੀਕਰ ਹੁੰਦੇ ਨੇ ਉੱਥੇ ਉਹਨਾਂ ਦੇ ਮੈਨੇਜਰ ਹੁੰਦੇ ਨੇ। ਕੱਲ ਉਹਨਾਂ ਦੇ ਮੈਨੇਜਰ ਦੀ ਜਿਹੜੀ ਮੈਂ ਸਟੇਟਮੈਂਟ ਪੜ੍ਹਦਾ ਸੀ ਉਹਦੇ ਵਿੱਚ ਇਹ ਕਹਿੰਦੇ ਕਿ ਜੇ ਦੇਖੋ ਟਰੰਪ ਸਾਹਿਬ ਦੇ ਉੱਤੇ ਇਹ ਜਿਹੜੇ ਐਲੀਗੇਸ਼ਨਸ ਪ੍ਰੂਵ ਨਹੀਂ ਨਾ ਹੁੰਦੇ, ਅੱਗੋਂ ਜਿਹੜਾ ਟਾਈਮ ਆਉਣਾ ਆ ਉਹਦੇ ਵਿੱਚ ਵੀ ਇਦਾਂ ਦੀਆਂ ਘਟਨਾਵਾਂ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਜੀ। ਇੱਕ ਤਰਕ ਇਹ ਦੇਣ ਡੇ ਸੀਗੇ ਕਿ ਵੀ ਹੁਣ ਤੋਂ ਉਹ ਰਿਟਾਇਰ ਹੋ ਗਿਆ, ਹੁਣ ਤੇ ਉਹ ਚਲੇ ਗਏ ਨੇ, ਹੁਣ ਲੋੜ ਨਹੀਂ ਹੈਗੀ ਇੰਪੀਚਮੈਂਟ ਦੀ।
ਹੁਣ ਜਿਹੜੇ ਮੈਨੇਜਰ ਨੇ, ਚਾਹੇ ਦੋਨੋਂ ਹਾਊਸ ਦੇ, ਹਾਊਸ ਆਫ ਕਾਮਨ ਦੇ ਨੇ, ਸੈਨੇਟ ਦੇ ਨੇ, ਉਹਨਾਂ ਨੇ ਇਹ ਕਹਿ ਦਿੱਤਾ ਕਿ ਜੇ ਹੁਣ ਪ੍ਰੂਵ ਨਹੀਂ ਹੋਇਆ, ਹੁਣ ਜਿਹੜਾ ਇਹ ਕੇਸ ਇੱਕ ਚੰਗੇ ਸਟੀਕ ਤਰੀਕੇ ਦੇ ਨਾਲ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਮਰੀਕਾ ਵਰਗੇ ਮੁਲਕ ਤੋਂ ਅਸੀਂ ਤਵੱਕੋ ਕਰਦੇ ਹਾਂ, ਉਹ ਕਹਿੰਦੇ ਕਿ ਜੇ ਹੁਣ ਇਹ ਸਟੀਕ ਤਰੀਕੇ ਦੇ ਨਾਲ ਨਹੀਂ ਚੱਲਿਆ ਗਿਆ ਤਾਂ ਅੱਗੋਂ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਹਿ ਮਿਲ ਜਾਊਗੀ, ਖੁੱਲ੍ਹ ਮਿਲ ਜਾਊਗੀ ਤੇ ਅਮਰੀਕਾ ਦੇ ਵਿੱਚ ਹੋ ਸਕਦੀਆਂ ਨੇ। ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ, ਜੋ ਸਾਡੇ ਇੱਥੇ ਗੈਸਟ ਵੀ ਆਉਂਦੇ ਨੇ ਅਮਰੀਕਨ ਮੁੱਦਿਆਂ ਦੇ ਉੱਤੇ ਬੋਲਣ, ਤੇ ਮੈਂ ਉਹਨਾਂ ਨੂੰ ਇਹ ਪੁੱਛਦਾ ਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਬਹੁਤ ਖਤਰਾ ਹੈ? ਕਿਉਂਕਿ ਜਦੋਂ ਅਸੀਂ ਵੋਟ ਬੈਂਕ ਦੀ ਗੱਲ ਕਰਦੇ ਹਾਂ ਤੇ 47% ਵੋਟ ਬੈਂਕ ਜਿਹੜਾ ਹੈ ਉਦੋਂ ਕਾਊਂਟ ਕੀਤਾ ਗਿਆ ਸੀ ਜਦੋਂ ਇਲੈਕਸ਼ਨਸ ਹੋਈਆਂ ਨੇ ਜੀ। ਫਿਰ ਅਸੀਂ ਜਦੋਂ ਬਾਅਦ ਵਿੱਚ ਕਹਿੰਦੇ ਸੀ ਕਿ ਉਹ 50-50 ਦਾ ਹੋ ਗਿਆ। ਹੁਣ ਇਹ ਦੇਖੋ, ਜਿੰਨਾ 50% ਹੈ ਜਾਂ 47% ਵੋਟ ਬੈਂਕ ਵੀ ਹੋਵੇ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ 74% ਲੋਕਾਂ ਨੇ ਜਿਹੜਾ ਹੈ ਕਿਤੇ ਨਾ ਕਿਤੇ ਚਾਹੁੰਦੇ ਸੀਗੇ ਕਿ ਟਰੰਪ ਸਾਹਿਬ ਆ ਜਾਣ, ਤੇ ਇਹ ਬਹੁਤ ਸਟੀਕ ਅੰਕੜਾ ਹੈ ਕਿ ਕੱਲ ਨੂੰ ਉਹਨੂੰ ਪਸੰਦ ਕਰਨ ਵਾਲੇ ਇੰਨੇ ਲੋਕ ਨੇ, ਤੇ ਕੱਲ ਨੂੰ ਕੋਈ ਇੱਕ ਟਵੀਟ ਦੇ ਨਾਲ ਜਾਂ ਦੋ ਗੱਲਾਂ ਕਹਿਣ ਦੇ ਨਾਲ, ਕਿਸੇ ਤਕਰੀਰ ਕਰਨ ਦੇ ਨਾਲ ਕੁਝ ਵੀ ਹੋ ਸਕਦਾ ਹੈ। ਪ੍ਰਾਊਡ ਬॉयਜ਼ ਜਿਹੜੇ ਸੀਗੇ ਉਹ ਸ਼ਰੇਆਮ ਸਾਨੂੰ ਦੇਖਿਆ ਵੀਡੀਓਜ਼ ਵਿੱਚ ਕਹਿੰਦੇ ਹੋਏ ਕਿ ਅਸੀਂ ਟਰੰਪ ਦੇ ਸਪੋਰਟਰ ਹਾਂ। ਟਰੰਪ ਸਾਹਿਬ ਨੇ ਵੀ ਉਹਨਾਂ ਨੂੰ ਟਵੀਟ ਕਰਕੇ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦਾ, ਹੁਣ ਤੁਸੀਂ ਘਰੋਂ ਘਰੀ ਹੋ ਜਾਓ। ਸੋ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦੇ ਉੱਥੇ ਜਿਹੜੇ ਮੈਨੇਜਰਸ ਨੇ, ਜਿਹੜੇ ਸਪੀਕਰਸ ਨੇ, ਉਹਨਾਂ ਨੇ ਇਹ ਜਤਾਇਆ ਹੈ। ਵੈਲ, ਜਦੋਂ ਆਪਾਂ ਗੱਲ ਹੁਣ ਇੰਪੀਚਮੈਂਟ ਦੀ ਗੱਲ ਕਰਦੇ ਹਾਂ ਤੇ ਜਿੱਥੇ ਇਹ ਹਿਸਟਰੀ ਜਿਹੜੀ ਹੈ ਉਹ ਕ੍ਰੀਏਟ ਹੋਈ ਹੈ ਟਰੰਪ ਟਾਈਮ, ਉੱਥੇ ਟ੍ਰਾਇਲ ਨੂੰ ਲੈ ਕੇ ਵੀ ਹਿਸਟਰੀ ਹੋ ਰਹੀ ਹੈ, ਕਿਉਂਕਿ ਟ੍ਰਾਇਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਨੇ ਜਿਹੜੀਆਂ ਪਬਲਿਕ ਵੀ ਕਰ ਰਹੇ ਆ, ਰਿਪਬਲਿਕਨ ਵੀ ਕਰ ਰਹੇ ਆ, ਡੈਮੋਕ੍ਰੇਟ ਵੀ ਕਰ ਰਹੇ ਆ, ਤੇ ਲੋਕ ਜਿਹੜਾ ਆ ਉਹ ਕੁਝ ਸੋਚ ਰਹੇ ਨੇ। ਵੈਲ, ਇੱਕ ਬਹੁਤ ਸੰਜੀਦਾ ਮੁੱਦਾ ਹੈ ਅਮਰੀਕਾ ਦਾ ਇਸ ਟਾਈਮ। ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਬਾਈ ਚਾਂਸ ਅਗਰ ਉਹ ਇੰਪੀਚਮੈਂਟ ਤੋਂ ਬਰੀ ਹੋ ਜਾਂਦੇ ਨੇ ਤਾਂ ਸ਼ਾਇਦ ਹੋ ਵੀ ਸਕਦਾ ਕਿ ਨੈਕਸਟ ਟਾਈਮ ਲਈ ਦੁਬਾਰਾ ਫਿਰ ਰਾਸ਼ਟਰਪਤੀ ਦੇ ਇਲੈਕਸ਼ਨਸ ਲਈ ਉਹ ਦੁਬਾਰਾ ਖੜੇ ਹੋਣ, ਕਿਉਂਕਿ ਲੱਗ ਤਾਂ ਰਿਹਾ ਕਿ ਕਿਉਂਕਿ ਹਾਰ ਤਾਂ ਉਹਨਾਂ ਨੇ ਹੁਣ ਵੀ ਨਹੀਂ ਮੰਨੀ। ਅਗਰ ਵਾਕਈ ਬਚ ਜਾਂਦੇ ਨੇ ਤਾਂ ਪੋਸੀਬਲ ਹੈ ਕਿ ਅਗਲੀ ਵਾਰੀ ਵੀ ਸ਼ਾਇਦ ਉਹ ਖੜਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਪਰ ਸੋਸ਼ਲ ਮੀਡੀਆ ਜਿਸ ਦੇ ਜ਼ਰੀਏ ਉਹਨਾਂ ਨੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ, ਸੋ ਸੋਸ਼ਲ ਮੀਡੀਆ ਕਾਫੀ ਸਤਰਕ ਹੈ। ਟਵਿੱਟਰ ਦੀ ਜੇਕਰ ਗੱਲ ਕਰਾਂ ਤਾਂ ਟਵਿੱਟਰ ਦੇ ਜਿਹੜੇ CFO ਨੇ, ਨੈਡ ਸੈਗਲ ਨੇ, ਉਹਨਾਂ ਨੇ ਕਹਿ ਦਿੱਤਾ ਹੈ ਕਿ ਬਈ ਅਗਰ ਇਲੈਕਸ਼ਨ ਲੜਨ ਦੇ ਮੂਡ ਵਿੱਚ ਟਰੰਪ ਸਾਹਿਬ ਆਉਂਦੇ ਨੇ, ਅਸੀਂ ਉਹਨਾਂ ਦਾ ਟਵਿੱਟਰ ਅਕਾਊਂਟ ਦੁਬਾਰਾ ਕਦੀ ਵੀ ਬਹਾਲ ਨਹੀਂ ਕਰਾਂਗੇ। ਸਸਪੈਂਡ ਉਹਨਾਂ ਨੇ ਪਰਮਾਨੈਂਟ ਕੀਤਾ ਹੋਇਆ, ਕਿਉਂਕਿ ਟਵਿੱਟਰ ਦੇ ਜ਼ਰੀਏ ਹੀ ਉਹ ਕਰੋੜਾਂ ਲੋਕਾਂ ਨੂੰ ਸੰਬੋਧਨ ਕਰਦੇ ਸੀਗੇ, ਉਹਨਾਂ ਨੂੰ ਸ਼ੀਹ ਦਿੰਦੇ ਸੀਗੇ, ਉਹਨਾਂ ਨੂੰ ਭੜਕਾਉਂਦੇ ਸੀਗੇ। ਸੋ ਉਹਨਾਂ ਨੇ ਜਿਹੜਾ ਆਹ ਸਟੈਪ ਲਿਆ। ਖੈਰ ਸਾਹਿਬ ਦੇਖੋ, ਅਸੀਂ ਫਿਰ ਥੋੜਾ ਜਿਹਾ ਕੰਪੈਰੀਜ਼ਨ ਕਰਦੇ ਹਾਂ ਭਾਰਤ ਦੇ ਨਾਲ। ਭਾਰਤ ਵਰਗਾ ਮੁਲਕ ਜਿੱਥੇ ਟਵਿੱਟਰ ਤੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਅਕਾਊਂਟ ਬੰਦ ਕਰ ਦਿਓ, ਤੁਸੀਂ ਗੱਲਾਂ ਨਹੀਂ ਕਰਨ ਦੇਣੀਆਂ, ਉੱਥੇ ਟਵਿੱਟਰ ਜਿਹੜਾ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮਾਈਕਰੋ ਬਲੋਗਿੰਗ ਵੈਬਸਾਈਟ ਹੈ, ਉੱਥੇ ਇੱਕ ਸਾਬਕਾ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰ ਦਿੰਦਾ ਕਿਉਂਕਿ ਉਹ ਭੜਕਾ ਰਿਹਾ ਸੀਗਾ ਤੇ ਉਹਨੇ ਹਿੰਸਾ ਕਰਵਾਈ ਸੀਗੀ। ਸੋ ਵਾਕਈ ਅਮਰੀਕਾ ਦੀ ਜੇਕਰ ਗੱਲ ਕਰੀਏ ਤੇ ਜਿਹੜਾ ਆ ਵੀ ਡਿਸੀਜਨ ਹੈ ਜਿਹੜਾ ਉਹਨਾਂ ਦੇ CFO ਨੈਡ ਸੈਗਲ ਨੇ ਲਿਆ, ਮੈਨੂੰ ਲੱਗਦਾ ਚੰਗਾ ਡਿਸੀਜਨ ਹੈ, ਕਿਉਂਕਿ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਵੱਧ ਤੋਂ ਵੱਧ ਲੋਕਾਂ ਨੂੰ ਭੜਕਾਉਂਦੇ ਸੀਗੇ, ਉਹਨਾਂ ਨੂੰ ਇੰਸਪਾਇਰ ਕਹਿ ਲਓ ਜਾਂ ਕੁਝ ਵੀ ਕਹਿ ਲਓ, ਪ੍ਰੋਪਾਗੈਂਡਾ ਤਿਆਰ ਕਰਦੇ ਸੀਗੇ, ਉਹ ਟਵਿੱਟਰ ਰਾਹੀਂ ਕਰਦੇ ਸੀਗੇ। ਦੇਖੋ, ਅਮਰੀਕਾ ਵਰਗੇ ਮੁਲਕ ਦੀ ਫਿਰ ਗੱਲ ਕਰੋ ਤੇ ਝੰਡਾ ਬਰਦਾਰ ਹੈ ਡੈਮੋਕ੍ਰੇਸੀ ਦਾ। ਬਹੁਤ ਸਾਰੇ ਹਟ ਕੇ ਡਿਸੀਜਨ ਲਏ ਨੇ। ਜਦੋਂ ਟਰੰਪ ਦੀ ਇੰਪੀਚਮੈਂਟ ਹੋਈ ਸੀ, ਅਸੀਂ ਦੱਸਿਆ ਸੀ ਕਿ 10 ਜਿਹੜੇ ਰਿਪਬਲਿਕਨ ਨੇ ਉਹ ਚਾਹੁੰਦੇ ਨੇ ਕਿ ਟਰੰਪ ਇੰਪੀਚ ਹੋਵੇ। ਸਾਡੇ ਇੱਥੇ ਇਦਾਂ ਨਹੀਂ ਹੁੰਦਾ। ਟਵਿੱਟਰ ਤਾਂ ਦੂਰ ਤੱਕ ਹੈ, ਤੁਸੀਂ ਟਵਿੱਟਰ ਤੱਕ ਨਾ ਹੀ ਜਾਓ। ਜੇ ਭਾਰਤ ਦੀ ਤੁਸੀਂ ਉੱਦਾਂ ਗੱਲ ਕਰ ਲਓ ਕਿ ਇੱਥੇ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਬੋਲਦਾ, ਚਾਹੇ ਉਹ ਕਿਸੇ ਵੀ ਟਾਈਮ ਕਿਸੇ ਦੀ ਵੀ ਸਰਕਾਰ ਹੋਵੇ, ਉਹ ਸਰਕਾਰ ਚਾਹੁੰਦੀ ਹੈ ਕਿ ਉਹਦੀ ਕਿਸੇ ਨਾ ਕਿਸੇ ਤਰੀਕੇ ਸੰਘੀ ਬੰਦ ਕਰ ਦਿੱਤੀ ਜਾਵੇ। ਪਹਿਲਾਂ ਵਾਲੀ ਗਵਰਨਮੈਂਟ ਸੀ, ਉਹਦਾ ਕੋਈ ਹੋਰ ਰੂਲ ਸੀ। ਇਹ ਗਵਰਨਮੈਂਟ ਜਿਹੜੀ ਹੈ ਸੈਡੀਸ਼ਨ ਲਾਉਣ ਦੀ ਬਹੁਤ ਮਾਹਿਰ ਰੱਖਦੀ ਹੈ ਆਪਣੇ ਆਪ ਨੂੰ। ਜੇ ਕੋਈ ਸਕੂਲੀ ਕਾਲਜੀ ਬੱਚਾ ਵੀ ਬੋਲ ਰਿਹਾ ਤੇ ਉਹਦੇ ਤੇ ਸੈਡੀਸ਼ਨ ਲੱਗ ਜਾਂਦੀ ਹੈ, ਦੇਸ਼ ਦਰੋਹੀ ਹੋ ਜਾਂਦਾ ਆ। ਸੋ ਇੱਕ ਤਰੀਕੇ ਦੇ ਨਾਲ ਇੱਥੇ ਭਾਰਤ ਦਾ ਇੱਕ ਇਤਿਹਾਸ ਰਿਹਾ ਹੈ, ਪਰ ਇੰਨਾ ਐਵੀਡੈਂਟ ਇਤਿਹਾਸ ਨਹੀਂ ਸੀਗਾ, ਇੰਨਾ ਪ੍ਰਤੱਖ ਤੌਰ ਤੇ ਨਹੀਂ ਸੀਗਾ, ਕਿਉਂਕਿ ਹੁਣ ਅਸੀਂ ਨਰਿੰਦਰ ਮੋਦੀ ਨੂੰ ਇੰਦਰਾ ਗਾਂਧੀ ਦੇ ਨਾਲ ਜਿਹੜਾ ਹੈ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਉਦੋਂ ਵੀ ਇਦਾਂ ਇਹ ਕੁਝ ਸੀਗਾ, ਪਰ ਉਹ ਇੰਨਾ ਖੁੱਲ੍ਹ ਕੇ ਨਹੀਂ ਸੀ, ਇੰਨਾ ਪ੍ਰਤੱਖ ਤਰੀਕੇ ਦੇ ਨਾਲ ਨਹੀਂ ਸੀਗਾ ਜਿੰਨਾ ਹੁਣ ਹੋ ਗਿਆ। ਕਿਉਂਕਿ ਕੱਲ ਰਾਜੇਵਾਲ ਨੇ ਵੀ ਜਿਹੜੀ ਉੱਥੇ ਲੋਕ ਪੰਚਾਇਤ ਹੋਈ ਜਗਰਾਵਾਂ, ਉੱਥੇ ਸਟੇਟਮੈਂਟ ਸਟੇਜ ਤੋਂ ਦਿੱਤੀ ਆ ਕਿ ਮੈਂ ਪ੍ਰਧਾਨ ਮੰਤਰੀ ਤਾਂ ਬੜੇ ਵੇਖੇ, ਅਸੀਂ ਨਰਿੰਦਰ ਮੋਦੀ ਦੀ ਤੁਲਨਾ ਜਿਹੜੀ ਆ ਹਰ ਵਾਰ ਕਹਿੰਦੇ ਇੰਦਰਾ ਗਾਂਧੀ ਨਾਲ ਕਰਦੇ ਆ, ਚਾਹੇ ਇੰਦਰਾ ਗਾਂਧੀ ਕਿੱਦਾਂ ਦੀ ਵੀ ਸੀ, ਪਰ ਇਹਦੇ ਜਿਹਾ ਝੂਠਾ ਇਨਸਾਨ ਕੋਈ ਨਹੀਂ ਦੇਖਿਆ ਮੈਂ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਪਾਂ ਟਵਿੱਟਰ ਤਾਂ ਦੂਰ ਦੀ ਗੱਲ ਹੈ, ਆਪਾਂ ਉਹਨਾਂ ਲੋਕਾਂ ਦੀ ਗੱਲ ਕਰ ਲਈਏ, ਉਹਨਾਂ ਜਰਨਲਿਸਟ ਦੀ ਗੱਲ ਕਰ ਲਈਏ, ਵਰਵਰਾ ਰਾਓ ਵਰਗੇ ਦੀ ਗੱਲ ਕਰ ਲਈਏ, ਜਿਹਨੂੰ ਹੁਣ ਦੇਖੋ ਐਡੀ ਉਮਰ ਦਾ ਘਾਣ ਹੋ ਗਿਆ, ਉਹਨੂੰ ਜੇਲ੍ਹ ਦੇ ਵਿੱਚ ਸਟ੍ਰॉ ਚਾਹੀਦੀ ਹੈ ਜੀ, ਉਹ ਦੁੱਧ ਜਾਂ ਚਾਹ ਪੀਣ ਨੂੰ, ਤੁਸੀਂ ਉਹਨੂੰ ਵੀ ਜੇਲ੍ਹ ਦੇ ਵਿੱਚ ਬੰਦ ਕੀਤਾ, ਤੁਹਾਨੂੰ ਉਹਦੇ ਤੋਂ ਖਤਰਾ ਕੀ ਹੋ ਸਕਦਾ, ਕਿਉਂਕਿ ਉਹ ਸਰਕਾਰ ਦੇ ਖਿਲਾਫ ਬੋਲ ਰਿਹਾ ਜੀ। ਸੋ ਖੈਰ ਸਾਹਿਬ, ਜਿਹੜੀ ਅਗਲੀ ਖਬਰ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਹੁਣ, ਉਹ ਵਾਕਈ ਅਮਰੀਕਾ ਤੋਂ ਆ ਰਹੀ ਹੈ। ਖਬਰ ਬੜੀ ਵੱਡੀ ਹੈ, ਖਬਰ ਬੜੀ ਮੰਦਭਾਗੀ ਹੈ ਕਿ ਅਮਰੀਕਾ ਦੇ ਟੈਕਸਾਸ ਦੇ ਵਿੱਚ ਹਾਈਵੇ ਜਿਹੜਾ ਅਸੀਂ ਕਹਿ ਸਕਦੇ ਹਾਂ, ਉੱਥੇ 130 ਗੱਡੀਆਂ
ਜਾਂ ਉਸ ਤੋਂ ਵੱਧ ਗੱਡੀਆਂ ਜਿਹੜੀਆਂ ਨੇ ਆਪਸ ਵਿੱਚ ਵੱਜੀਆਂ, ਜਿਸ ਤੋਂ ਬਾਅਦ 6 ਲੋਕਾਂ ਦੀ ਮੌਤ ਹੋ ਜਾਂਦੀ ਹੈ, ਦਰਜਨਾਂ ਲੋਕ ਜ਼ਖਮੀ ਹੋ ਜਾਂਦੇ ਨੇ, ਕਾਫੀ ਸਾਰੇ ਲੋਕ ਗੱਡੀਆਂ ਵਿੱਚ ਹੀ ਸੀਲ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕੱਢਣ ਦੇ ਲਈ ਬਾਹਰ ਕਾਫੀ ਜਿਹੜੀ ਸੁਰੱਖਿਆ ਬਲ ਕਹਿ ਲਓ ਜਾਂ ਫਿਰ ਰੈਸਕਿਊ ਵਾਲੇ ਜਿਹੜੇ ਲੋਕ ਨੇ ਉੱਥੇ ਆ ਕੇ ਉਹਨਾਂ ਦੀ ਹੈਲਪ ਕਰਦੇ ਨੇ। ਯਾਨੀ ਕਿ ਕਾਫੀ ਵੱਡੀ ਗਿਣਤੀ ਵਿੱਚ ਜਿਹੜੀ ਵੀਡੀਓਸ ਮੈਂ ਦੇਖ ਰਿਹਾ ਸੀ ਖਹਿਰਾ ਸਾਹਿਬ, ਕਿ ਕਿੱਡੀ ਵੱਡੀ ਲੰਬੀ ਇਹਨਾਂ ਦੀ ਸੜਕ ਹੁੰਦੀ ਹੈ, ਹਾਈਵੇਜ਼ ਬੜੇ ਵੱਡੇ ਹੁੰਦੇ ਨੇ ਇਹਨਾਂ ਦੇ, ਐਂਡ ਉੱਥੇ 130 ਗੱਡੀਆਂ ਦਾ ਮਤਲਬ ਲਗਾਤਾਰ ਆਪਸ ਵਿੱਚ ਵੱਜ ਜਾਣਾ, ਮੈਂ ਕਹਿੰਦਾ ਬੜੀ ਮੰਦਭਾਗੀ ਗੱਲ ਹੈ। ਐਂਡ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਸੜਕਾਂ ਦੇ ਉੱਪਰ ਬਰਫ਼ ਐਂਡ ਬਾਰਿਸ਼ ਜਿਹੜੀ ਪਈ ਸੀਗੀ, ਉਸ ਤੋਂ ਬਾਅਦ ਤਿਲਕਣ ਜਿਹੜੀ ਹੋ ਗਈ ਸੀਗੀ, ਉਸ ਤੋਂ ਬਾਅਦ ਜਿਹੜੀ ਘਟਨਾ ਹੈ ਉਹ ਵਾਪਰੀ ਹੈ। ਦੇਖੋ, ਅਮਰੀਕਾ ਦੇ ਵਿੱਚ ਪਹਿਲਾਂ ਵੀ ਇਦਾਂ ਦੇ ਜਿਹੜੇ ਐਕਸੀਡੈਂਟ ਨੇ ਹੁੰਦੇ ਰਹੇ ਨੇ। ਕਾਰਨ ਉਹੀ ਹੈ ਕਿ ਫ੍ਰੀਵੇ ਦੇ ਉੱਤੇ ਜਿਹੜੀ ਸਪੀਡ ਹੁੰਦੀ ਹੈ ਉਹ ਲਿਮਟਿਡ ਸਪੀਡ ਹੁੰਦੀ ਹੈ, ਮਤਲਬ ਅਸੀਂ ਕਹਿ ਲਈਏ ਕਿ ਇੱਕ ਮਿੱਥੀ ਹੋਈ ਸਪੀਡ ਹੁੰਦੀ ਹੈ। ਔਰ ਜਦੋਂ ਫਿਰ ਸਰਦੀ ਦਾ ਮੌਸਮ ਆਉਂਦਾ ਹੈ ਜਾਂ ਫਿਰ ਉੱਥੇ ਤਰੇਲ ਪੈ ਜਾਂਦੀ ਹੈ ਤੇ ਉਹ ਸਲਿੱਪਰੀ ਮੌਸਮ ਹੋ ਜਾਂਦਾ ਹੈ ਜੀ। ਸੋ ਇਹ ਇੱਕ ਤਰੀਕੇ ਦੇ ਨਾਲ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਨੇ ਬੜੇ ਪ੍ਰੀਕਾਸ਼ਨਸ ਲਏ ਸੀਗੇ ਕਿ ਆਪਣੇ ਵਾਂਗੂ ਨਹੀਂ ਹੈ ਕਿ ਉੱਥੇ ਪ੍ਰੀਕਾਸ਼ਨਸ ਨਹੀਂ ਲਏ ਜਾਂਦੇ, ਉੱਥੇ ਬਕਾਇਦਾ ਪ੍ਰੀਕਾਸ਼ਨ ਲਏ ਜਾਂਦੇ ਨੇ। ਸਾਡੇ ਇੱਥੇ ਜਿਹੜੀ ਹੈ ਮੈਟ ਜਿਹੜੀ ਹੈ ਉਹ ਨਹੀਂ ਵਿਛਾਉਂਦੇ। ਅਮਰੀਕਾ ਦੇ ਵਿੱਚ ਜਿੱਥੇ ਵੀ ਫ੍ਰੀਵੇ ਹੁੰਦਾ ਹੈ ਉੱਥੇ ਮੈਟ ਇੰਨਾ ਪੋਸੀਬਲ ਨਹੀਂ, ਪਰ ਫਿਰ ਵੀ ਉਹ ਇੱਕ ਅੱਧੀ ਲੇਅਰ ਜਿਹੜੀ ਮੈਟ ਦੀ ਵਿਛਾ ਦਿੰਦੇ ਤਾਂ ਜੋ ਜਿਹੜੀ ਸਲਿੱਪ ਹੈ ਉਹ ਜ਼ਿਆਦਾ ਨਾ ਹੋਵੇ। ਸੋ ਇਹ ਇੱਕ ਪਹਿਲੀ ਵਾਰ ਨਹੀਂ ਹੈ, ਬਹੁਤ ਵਾਰ ਹੋਇਆ। ਚਲੋ ਹੁਣ ਤਾਂ ਮੰਦਭਾਗਾ ਅਸੀਂ ਕਹਿੰਦੇ ਆ ਕਿ ਮੰਦਭਾਗਾ ਹੈ, ਪਰ ਇਹ ਫ੍ਰੀਵੇ ਤੇ ਜਦੋਂ ਵੀ ਕੋਈ ਗੱਡੀ ਟੱਕਰਦੀ ਹੈ ਉੱਥੇ ਗੱਡੀਆਂ ਦੇ ਵਿੱਚ ਗੱਡੀਆਂ ਜ਼ਰੂਰ ਵੱਜਦੀਆਂ ਨੇ। ਇੱਥੇ ਸਾਡੇ ਵਾਂਗੂ ਫ੍ਰੀਵੇ ਜਿਹੜੇ ਨੇਗੇ ਉਹ ਮਤਲਬ ਸਾਡੇ ਜਿਹੜੇ ਫ੍ਰੀਵੇ ਹੁੰਦੇ ਆ ਉਹ ਕੁਝ ਹੋਰ ਹਿਸਾਬ ਦੇ ਨੇ, ਉੱਥੇ ਵਾਲੇ ਫ੍ਰੀਵੇ ਜਿਹੜੇ ਨੇ ਉਹ ਕੁਝ ਹੋਰ ਹਿਸਾਬ ਦੇ ਨੇ। ਉੱਥੇ ਸਪੀਡ ਬਹੁਤ ਹੁੰਦੀ ਹੈ, ਜਦੋਂ ਬਾਏ ਚਾਂਸ ਕਿਸੇ ਇੱਕ ਗੱਡੀ ਦਾ ਟਕਰਾਅ ਹੋ ਜਾਵੇ ਤਾਂ ਉੱਤੋਂ ਸਪੀਡ ਕੰਟਰੋਲ ਨਹੀਂ ਹੁੰਦੀ, ਫਿਰ ਐਂ ਹੀ ਜਿਹੜਾ ਹੈ ਇੱਕ ਬਹੁਤ ਵੱਡੀਆਂ ਗੱਡੀਆਂ ਦਾ ਕੰਮ ਆਸਾਨ ਹੋ ਜਾਂਦਾ ਹੈ। ਜੀ ਖੈਰ ਸਾਹਿਬ, ਇਸ ਤੋਂ ਇਲਾਵਾ ਹੁਣ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ, ਸਿੱਧਾ ਪਹੁੰਚਦੇ ਹਾਂ ਯੂਕੇ। ਕਿ ਯੂਕੇ ਦੇ ਵਿੱਚ ਜਿਹੜੇ ਹਾਊਸ ਆਫ ਕਾਮਨਸ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਜੈਕਬ ਨੇ ਇੱਕ ਵਾਰ ਫੇਰ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਅਸੀਂ ਗੱਲ ਕਰਦੇ ਰਵਾਂਗੇ। ਭਾਵੇਂ ਭਾਰਤ ਕਹਿ ਰਿਹਾ ਕਿ ਸਾਡਾ ਆਪਣਾ ਅੰਦਰੂਨੀ ਮਸਲਾ ਹੈ, ਬਟ ਫਿਰ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਹਰ ਇੱਕ ਦੇਸ਼ ਦਾ ਫਰਜ਼ ਬਣਦਾ ਹੈ। ਸੋ ਅਸੀਂ ਭਾਰਤ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਨੇ ਅੰਦੋਲਨ ਕਰ ਰਹੇ ਨੇ, ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ। ਇੱਥੇ ਵੀ ਦੇਖੋ ਇੱਕ ਸਟੇਟਮੈਂਟ ਤੁਸੀਂ ਬੜੀ ਬੋਰਡਾਂ ਤੇ ਪੜ੍ਹੀ ਹੋਣੀ ਆ, ਜਿਹੜੇ ਲੋਕ ਲੈ ਕੇ ਤੁਰੇ ਫਿਰਦੇ ਨੇ, ਜਾਂ ਫਿਰ ਉਹ ਕਹਿ ਲਓ ਕਿ ਜਿਹੜੇ ਕਿਸਾਨ ਨਹੀਂਗੇ ਪਰ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਰੁੜਦੇ ਨੇ। ਉਹਨਾਂ ਦੀ ਇੱਕ ਲਾਈਨ ਮੈਨੂੰ ਬੜੀ ਟੁੰਬਦੀ ਆ ਕਿ ਕਿਸਾਨ ਨਹੀਂ, ਇਨਸਾਨ ਤਾਂ ਹੈਗੇ ਆ। ਸੋ ਇਹ ਕਿਤੇ ਨਾ ਕਿਤੇ ਦੁਨੀਆ ਦੇ ਉੱਤੇ ਇਹ ਹਰ ਦੇਖੋ, ਜਦੋਂ ਚੰਗੀ ਆਪਾਂ ਕਹਿ ਲਈਏ ਨਾ ਕਿ ਚੰਗੇ ਮੰਦੇ ਲੋਕ ਦੋਨੇ ਹੁੰਦੇ ਨੇ ਜੀ, ਤੇ ਚੰਗੇ ਲੋਕ ਵੀ ਉਨੇ ਹੁੰਦੇ ਨੇ ਜੇ ਮੰਦੇ ਵੀ ਹੁੰਦੇ ਨੇ। ਤਾਂ ਚੰਗੇ ਲੋਕਾਂ ਦਾ ਕਰਕੇ ਦੁਨੀਆ ਚੱਲਦੀ ਹੈ, ਵੱਸਦੀ ਹੈ ਤੇ ਅੱਗੇ ਵੱਧਦੀ ਹੈ। ਹੁਣ ਹਰ ਕੋਈ ਕਹਿੰਦਾ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਜਦੋਂ ਸਾਡੇ ਜੰਮੂ ਐਂਡ ਕਸ਼ਮੀਰ ਦੇ ਵਿੱਚ 18 ਮਹੀਨੇ ਨੈੱਟ ਬੰਦ ਰਿਹਾ ਸੀ, ਬੱਚਿਆਂ ਦੀ ਪੜ੍ਹਾਈ ਖਰਾਬ ਹੋ ਗਈ, ਉਤੋਂ ਕਰੋਨਾ ਮਹਾਮਾਰੀ ਆ ਗਈ, ਤਾਂ ਉਦੋਂ ਵੀ ਕਈ ਲੋਕ ਜਿਹੜੇ ਸੀਗੇ ਉਹ ਇਹਦੇ ਬਾਰੇ ਗੱਲ ਕਰਦੇ ਸੀਗੇ। ਜੇ ਮੈਂ ਅਮਰੀਕਾ ਦੇ ਨਿਊਯਾਰਕ ਦੀ ਗੱਲ ਕਰਾਂ ਤੇ ਉਹਦੀ ਅਸੈਂਬਲੀ ਦੇ ਵਿੱਚ ਇਹ ਮੁੱਦੇ ਉੱਠਣੇ ਸ਼ੁਰੂ ਹੋ ਜਾਂਦੇ ਸੀ। ਉਹ ਗੱਲ ਇਹੀ ਹੈ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਉਹ ਇਨਸਾਨ ਨੇ ਜਿਹੜੇ ਸੋਚਦੇ ਨੇ ਕਿ ਵੀ ਕਦੇ ਕਿਸੇ ਦੇ ਮਨੁੱਖ ਦਾ ਕੋਈ ਵੀ ਜਿਹੜਾ ਹੱਕ ਹੈ ਉਹ ਮਾਰਿਆ ਨਾ ਜਾਵੇ ਜੀ। ਹੁਣ ਜੇ ਅਸੀਂ ਗੱਲ ਕਰ ਲਈਏ ਯੂਕੇ ਦੀ, ਤਾਂ ਯੂਕੇ ਦੇ ਵਿੱਚ 100 MPs ਨੇ ਸਾਈਨ ਕੀਤੇ ਸੀਗੇ। ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਜੀ। ਔਰ ਅਸੀਂ ਇਹ ਸਾਦਾ ਸਿਹਰਾ ਜਿਹੜਾ ਅਸੀਂ ਕਹਿੰਦੇ ਕਿ ਤਰਨਜੀਤ ਸਿੰਘ ਢੇਸੀ ਉਹਨਾਂ ਨੂੰ ਜਾਂਦਾ ਹੈ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਪਰ ਮੈਂ ਕਿਤੇ ਨਾ ਕਿਤੇ ਦੇਖ ਲਿਆ ਸੀ ਕਿ ਲਗਾਤਾਰ ਸਾਡੀ ਜਿਹੜੀ ਐਕਸਟਰਨਲ ਮਿਨਿਸਟਰੀ ਹੈ ਉਹਦੇ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਆ। ਕੋਈ ਵੀ ਮੁਲਕ ਬੋਲਦਾ ਤੇ ਇਹਨਾਂ ਨੂੰ ਮਿਰਚਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਕਿ ਸਾਡਾ ਆਂਤਰਿਕ ਮਾਮਲਾ ਹੈ। ਪਰ ਇਹ ਇੱਕ ਬੰਨੇ ਸਮਝਦੇ ਨਹੀਂ ਕਿ ਹੁਣ ਆਂਤਰਿਕ ਤੇ ਕੁਝ ਰਿਹਾ ਨਹੀਂ ਹੈਗਾ। ਜਿੱਦਾਂ ਤੁਸੀਂ ਇੱਕ ਦਿਨ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਸੀ ਵੀ ਤੀਵੀਂ ਆਦਮੀ ਲੜਦੇ ਆ ਤੇ ਕਈ ਵਾਰੀ ਉਹ ਕਹਿੰਦੇ ਵੀ ਸਾਡੇ ਘਰੇ ਜੋ ਮਰਜ਼ੀ ਹੋਵੇ, ਸਾਡਾ ਆਂਤਰਿਕ ਮਾਮਲਾ ਆ। ਪਰ ਜਦੋਂ ਫਿਰ ਚੀਕਾਂ ਜ਼ਿਆਦੀਆਂ ਸੁਣਨ ਲੱਗ ਪੈਣ ਤੇ ਗੁਆਂਢੀ ਆ ਕੇ ਕਹਿੰਦੇ ਜੀ ਵੀ ਆਂਤਰਿਕ ਮਾਮਲਾ ਰਵੇ ਤੁਹਾਡਾ ਆਂਤਰਿਕ ਮਾਮਲਾ। ਆ ਸਾਡੇ ਘਰਾਂ 'ਚ ਸਾਡੇ ਨਿਆਣੇ ਵੀ ਵੱਸਦੇ ਨੇ, ਤੁਹਾਡੇ ਸ਼ੋਰ ਨਹੀਂ ਆਉਣਾ ਚਾਹੀਦਾ, ਤੁਹਾਡੀਆਂ ਮਾਂ ਭੈਣ ਦੀਆਂ ਗਾਲਾਂ ਨਹੀਂ ਆਉਣੀਆਂ ਚਾਹੀਦੀਆਂ ਜੀ। ਸੋ ਉਸ ਟਾਈਮ ਉਹ ਆਂਤਰਿਕ ਨਹੀਂ ਰਹਿੰਦਾ। ਇੱਦਾਂ ਦੇ ਹਾਲਾਤ ਜਿਵੇਂ ਹੁਣ ਸਾਡੇ ਮੁਲਕ 'ਚ ਹੋਏ ਆ, ਤੇ ਜਦੋਂ ਹਰ ਕਿਸੇ ਦਾ ਸ਼ੋਰ ਜਿਹੜਾ ਹੈ ਉਹ ਉੱਚੀ ਜਾਂਦਾ ਹੈ, ਚਾਹੇ ਅਸੀਂ ਸ਼ਾਂਤਮਈ ਕਰ ਰਹੇ ਹਾਂ, ਇਹਦੀ ਆਵਾਜ਼ ਬੜੀ ਉੱਚੀ ਚਲੇ ਗਈ ਹੈ। ਅਮਰੀਕਾ ਵਰਗਾ ਮੁਲਕ ਜਿੱਥੇ ਬਹੁਤ ਸਾਰੇ ਜਿਹੜੇ ਆਰਟਿਸਟ ਨੇ, ਫੁੱਟਬਾਲਰ ਨੇ, ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਕਿਤੇ ਨਾ ਕਿਤੇ ਸਾਡੀ ਸਰਕਾਰ ਨੂੰ ਲੱਗਦਾ ਹੈ ਕਿ ਹੁਣ ਸਾਡਾ ਜਿਹੜਾ ਪਰਦਾ ਹੈ ਉਹ ਹੌਲੀ ਹੌਲੀ ਚੱਕਿਆ ਜਾ ਰਿਹਾ, ਅਸੀਂ ਨਸ਼ਰ ਹੋਣਾ ਸ਼ੁਰੂ ਹੋ ਗਏ ਹਾਂ। ਸੋ ਇਹ ਗੱਲ ਨੂੰ ਲੈ ਕੇ ਉਹ ਬਹੁਤ ਭੜਕਣੇ, ਸਾਡਾ ਆਂਤਰਿਕ ਮਾਮਲੇ ਦੀ ਤੂਤੀ ਜਿਹੜੀ ਆ ਉਹਨਾਂ ਨੇ ਲਾ ਦਿੱਤੀ। ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿਉਂਕਿ ਦੇਖੋ ਟਰੂਡੋ ਸਾਹਿਬ ਨੇ ਸਾਨੂੰ ਸਪੋਰਟ ਕੀਤਾ। ਇਹਨਾਂ ਨੇ ਟਰੂਡੋ ਸਾਹਿਬ ਨੂੰ ਲਿਖ ਦਿੱਤਾ ਵੀ ਜੇ ਤੁਸੀਂ ਇਹ ਸਪੋਰਟ ਕਰੋਗੇ ਤਾਂ ਫਿਰ ਬਿਲਾਟਰਲ ਇਸ਼ੂ ਨੂੰ ਬਹੁਤ ਘਾਟਾ ਹੋ ਸਕਦਾ। ਦੂਸਰੇ ਦਿਨ ਮੋਦੀ ਸਾਹਿਬ ਦਾ ਫਿਰ ਇੱਕ ਟਵੀਟ ਆਉਂਦਾ, ਕਹਿੰਦੇ ਜੀ ਮੈਂ ਫੋਨ ਤੇ ਗੱਲ ਕੀਤੀ ਆ ਟਰੂਡੋ ਸਾਹਿਬ ਦੇ ਨਾਲ, ਉਹ ਕਹਿੰਦੇ ਜੀ ਤੁਸੀਂ ਜਿਹੜੀ ਮੈਡੀਸਿਨ ਸਾਨੂੰ ਭੇਜ ਰਹੇ ਹੋ, ਰॉ ਮਟੀਰੀਅਲ ਭੇਜ ਰਹੇ ਹੋ, ਉਹ ਸਾਡੇ ਲਈ ਬੜਾ ਸਹਿਯੋਗੀ ਆ, ਅਸੀਂ ਤੁਹਾਡਾ ਬਹੁਤ ਬਹੁਤ ਧੰਨ ਕਰਦੇ ਹਾਂ। ਤੁਸੀਂ ਹੁਣ ਹਿਸਾਬ ਲਾ ਲਓ
ਕਿ ਇਹ ਬਿਲੈਟਰਲ ਇਸ਼ੂ ਜਿਹੜੇ ਨੇ ਉਹ ਕਿਵੇਂ ਸੈੱਟ ਹੋ ਰਹੇ ਨੇ। ਐਕਸਟਰਨਲ ਮਿਨਿਸਟਰੀ ਕਿਵੇਂ ਰਾਤੋਂ ਰਾਤ ਜਿਹੜੇ ਨੇ ਇਸ਼ੂ ਸੈੱਟ ਕਰ ਰਹੀ ਹੈ ਵੀ ਬਈ ਸਾਡੇ ਕੋਲੇ ਜਾਣੀ ਤੁਹਾਡੀ ਦਵਾਈ ਵਾਲਾ, ਇਹ ਤੁਸੀਂ ਹਿਸਾਬ ਲਾ ਲਓ, ਅਸੀਂ ਦਵਾਈ ਰੋਕ ਦੇਣੀ ਆ। ਹੁਣ ਕਿਹੜਾ ਮੁਲਕ ਹੈ ਉਹ ਜਿਹੜਾ ਆਪਣੇ ਨਾਲ ਕਹੂਗਾ ਵੀ ਸਾਡੇ ਮੁਲਕ ਦੇ ਜਿਹੜੇ ਵਾਸੀ ਆ ਉਹ ਮਰ ਜਾਣ? ਉਹ ਵਾਰੇ ਮੁਲਕ ਜਿਹੜਾ ਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਉੱਤੇ ਹੈਲਥ ਸਭ ਤੋਂ ਪ੍ਰਾਇੋਰਟੀ ਆ, ਉਹਨਾਂ ਦਾ ਸਿਟੀਜ਼ਨ ਸਭ ਤੋਂ ਪ੍ਰਿਓਰ ਹੈ, ਜਦ ਕਿ ਸਾਡੇ ਇੱਥੇ ਸਿਟੀਜ਼ਨ ਪ੍ਰਿਓਰ ਨਹੀਂ ਹੈ। ਸਾਡੇ ਨਾ ਹੈਲਥ ਪ੍ਰਾਇੋਰਟੀ ਤੇ ਆ ਨਾ ਸਿਟੀਜ਼ਨ ਪ੍ਰਾਇੋਰਟੀ ਤੇ ਆ। ਉੱਤਰਾਖੰਡ ਦੀ ਗੱਲ ਕਰਦੇ ਆ, ਉੱਤਰਾਖੰਡ ਦੇ ਜਦੋਂ ਹੁਣ ਤਰਾਸਦੀ ਹੋਈ ਆ, ਸਾਨੂੰ ਪਤਾ ਲੱਗਾ ਵੀ 29 ਮਰ ਗਏ ਨੇ, ਹਲੇ 100-150 ਮਰਨ ਵਾਲੇ ਨੇ, ਤਾਂ ਮੋਦੀ ਸਾਹਿਬ ਕਹਿੰਦੇ ਜੀ ਬਹੁਤ ਘਾਣ ਹੋ ਗਿਆ। ਮੈਂ ਉਹੀ ਗੱਲ ਕਰਨਾ, ਜਿਹੜੇ 200 ਤੋਂ ਵੱਧ ਇੱਥੇ ਮਰ ਗਏ ਸੀਗੇ, 200 ਤੋਂ ਵੱਧ ਇੱਥੇ ਸ਼ਹੀਦ ਹੋਏ ਸਿੰਘੂ ਬਾਰਡਰ ਦੇ ਉੱਤੇ, ਉਹ ਘਾਣ ਨਹੀਂ ਹੋਇਆ ਜੀ। ਇੱਥੇ ਨਾ ਸਿਟੀਜ਼ਨ ਪ੍ਰਾਇੋਰਟੀ ਤੇ ਆ ਤੇ ਨਾ ਹੀ ਹੈਲਥ ਪ੍ਰਾਇੋਰਟੀ ਤੇ ਆ। ਸੋ ਖੈਰ ਸਾਹਿਬ, ਵਾਕਈ ਜਿਵੇਂ ਤੁਸੀਂ ਗੱਲ ਕੀਤੀ ਕਿ ਭਾਵੇਂ ਟਰੂਡੋ ਸਾਹਿਬ ਨਾਲ ਗੱਲ ਕੀਤੀ ਹੈ ਤੇ ਭਾਵੇਂ ਇਹਨਾਂ ਨੇ ਰੀਸੈਂਟਲੀ ਬਾਈਡਨ ਨਾਲ ਵੀ ਗੱਲ ਕੀਤੀ ਹੈ, ਤਾਂ ਕਿਤੇ ਨਾ ਕਿਤੇ ਜਿਹੜੇ ਕਹਿ ਲਓ ਕਿ ਭਾਵੇਂ ਤਰਲੇ ਕਹਿ ਲਓ ਫੋਨ ਤੇ ਕੱਢੇ ਜਾ ਰਹੇ ਨੇ, ਭਾਵੇਂ ਮਿੰਨਤਾਂ ਕੀਤੀਆਂ ਜਾ ਰਹੀਆਂ ਨੇ, ਕੁਝ ਵੀ ਕੀਤਾ ਜਾ ਰਿਹਾ ਨੇ, ਬਸ ਉਹਨਾਂ ਨੂੰ ਆਹ ਆਖਿਆ ਜਾ ਰਿਹਾ ਕਿ ਤੁਸੀਂ ਇਸ ਮੁੱਦੇ ਨੂੰ ਹੋਰ ਨਾ ਚੱਕੋ, ਕਿਉਂਕਿ ਜਿੰਨੀ ਬੇਇੱਜ਼ਤੀ ਜਿਹੜੀ ਇਨਸਲਟ ਜਿੰਨੀ ਹੋਣੀ ਹੈ ਹੋ ਚੁੱਕੀ ਹੈ, ਪਰ ਸਾਨੂੰ ਬਸ ਆਪਣਾ ਮੁੱਦਾ, ਸਾਨੂੰ ਆਂਤਰਿਕ ਮਸਲਾ ਜਿਹੜਾ ਹੈ ਸਾਨੂੰ ਆਪਣੇ ਆਪ ਸੁਲਝਾਉਣ ਦਿਓ, ਪਰ ਸੁਲਝਾਉਣ ਦੀਆਂ ਕੋਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੋਈ ਵੀ ਨਹੀਂ ਕੀਤੀਆਂ ਜਾ ਰਹੀਆਂ। ਸੋ ਦੁਬਾਰਾ ਹੁਣ ਅਸੀਂ ਇੰਡੀਆ ਵੱਲ ਆਉਂਦੇ ਹਾਂ, ਤੇ ਇੰਡੀਆ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਹੈ ਉਹ 79 ਦਿਨ ਹੋ ਚੁੱਕੇ ਨੇ। 79 ਦਿਨਾਂ ਦੇ ਵਿੱਚ 250 ਕਿ 250 ਲੋਕ ਜਿਹੜਾ ਹੈ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਪਰ ਉਹਨਾਂ ਦੇ ਜਿਹੜੇ ਹੌਸਲੇ ਨੇ ਉਹ ਹਰ ਰੋਜ਼ ਵੱਧਦੇ ਜਾ ਰਹੇ ਨੇ। ਉਹਨਾਂ ਨੇ ਪੂਰਾ ਜਿਹੜਾ ਨਿਸ਼ਚੇ ਹੈ ਪੂਰਾ ਦ੍ਰਿੜ ਕਰ ਲਿਆ ਕਿ ਅਸੀਂ ਤਾਂ ਬਈ ਵਾਪਸ ਨਹੀਂ ਮੁੜਦੇ, ਭਾਵੇਂ 2 ਅਕਤੂਬਰ ਦੀ ਗੱਲ ਨਹੀਂ ਕਹਿੰਦੇ, ਭਾਵੇਂ 2024 ਤੱਕ ਸਾਨੂੰ ਬਹਿਣਾ ਪੈ ਜਾਏ, ਪਰ ਅਸੀਂ ਇੱਥੋਂ ਨਹੀਂ ਹਿੱਲਦੇ, ਅਸੀਂ ਤਾਂ ਹੁਣ ਮਤਲਬ ਆਪਣਾ ਜਿਹੜਾ ਹੱਕ ਹੈ ਉਹ ਲੈ ਕੇ ਮੁੜਾਂਗੇ। ਐਂਡ ਇਹੀ ਕਾਰਨ ਰਿਹਾ ਖਹਿਰਾ ਸਾਹਿਬ ਕਿ ਕੱਲ ਪੰਜਾਬ ਵਿੱਚ ਵੀ ਪਹਿਲੀ ਮਹਾਪੰਚਾਇਤ ਆਯੋਜਨ ਕੀਤੀ ਗਈ ਆਪਣੇ ਜਗਰਾਓਂ, ਐਂਡ ਕਾਫੀ ਜ਼ਿਆਦਾ ਹਜੂਮ ਉੱਥੇ ਦੇਖਣ ਨੂੰ ਮਿਲਿਆ। 30,000 ਤੋਂ ਵੱਧ ਲੋਕ ਉੱਥੇ ਇਕੱਠੇ ਹੋਏ। ਕਿਸਾਨਾਂ ਤੋਂ ਇਲਾਵਾ ਆਮ ਵਿਅਕਤੀ ਜਿਹੜਾ ਹੈ ਉੱਥੇ ਬਹੁਤ ਸਾਰਾ ਵੇਖਣ ਨੂੰ ਮਿਲਿਆ, ਯੂਥ ਬੜਾ ਵੇਖਣ ਨੂੰ ਮਿਲਿਆ। ਤੁਸੀਂ ਇੱਕ ਕਹਾਵਤ ਸੁਣੀ ਹੋਣੀ ਆ, ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ। ਇਹ ਉਹੀ ਰੋਸ਼ਨੀ ਹੈ ਜਿਹੜੀ ਥੋੜੇ ਦਿਨਾਂ ਬਾਅਦ ਲੱਗਣੀ ਹੈ। ਇਹ ਰੋਸ਼ਨੀ ਹੁਣ ਹੈਗੀ ਹੈ ਹੱਕਾਂ ਦੀ। ਇਹ ਲੜਾਈ ਹੈ ਪੰਜਾਬੀਆਂ ਦੀ, ਕਿਸਾਨਾਂ ਦੀ, ਔਰ ਹੱਕ ਸੱਚ ਦੇ ਲਈ ਲੜਨ ਵਾਲੇ ਜੀ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅਸੀਂ ਬਾਬੇ ਨਾਨਕ ਦੀ ਧਰਤੀ ਕਹਿੰਦੇ ਹਾਂ ਪੰਜਾਬ। ਉਹ ਬਾਬਾ ਨਾਨਕ ਜਿਹਨੇ ਮੁਗਲ ਨੂੰ ਵੀ ਜਿਹੜਾ ਕਹਿਤਾ ਸੀ ਵੀ ਤੂੰ ਐਤੇ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਹੀਂ ਆਇਆ। ਸਾਡਾ ਇਤਿਹਾਸ ਰਿਹਾ ਕਿ ਅਸੀਂ ਵਗਾਰਦੇ ਰਹੇ ਹਾਂ, ਅਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਰਹੇ ਹਾਂ। ਸਾਡੇ ਘਰਾਂ 'ਚ ਵੀ ਇਹ ਸਿਖਾਉਂਦੇ ਨੇ ਵੀ ਜੇ ਹੱਕ ਤੂੰ ਆਪਣਾ ਲੈ ਕੇ ਨਹੀਂ ਆਉਣਾ ਤੇ ਫਿਰ ਘਰ ਨਾ ਹੀ, ਹੱਕ ਨਹੀਂ ਛੱਡਣਾ ਹੈਗਾ। ਸੋ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਸਾਡਾ ਇੱਕ ਇਹ ਕਹਿ ਲਓ ਕਿ ਰਹਿਤਲ ਹੈ ਸਾਡੀ। ਹੁਣ ਇਸੇ ਰਹਿਤਲ ਦੇ ਉੱਤੇ ਸਾਡਾ ਇੱਕ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਟਿਕਿਆ ਹੋਇਆ ਹੈ, ਉਹ ਟਿਕਿਆ ਹੋਇਆ ਹੈ, ਉਹ ਮਜ਼ਬੂਤ ਹੋ ਰਿਹਾ ਹੈ ਤੇ ਦਿਨੋਂ ਦਿਨ ਉਹ ਨੌਜਵਾਨ ਹੋ ਰਿਹਾ। ਸਰਕਾਰਾਂ ਨੂੰ ਲੱਗਦਾ ਸੀ ਕਿ ਇਹ ਉਹ ਕਹਾਵਤ ਵਾਂਗੂ ਹੋਊਗਾ ਕਿ ਪਹਿਲੇ ਦਿਨ ਪਰਾਉਣਾ ਤੇ ਦੂਜੇ ਦਿਨ ਧਰਾਉਣਾ ਤੇ ਤੀਜੇ ਦਿਨ ਦਾਦੇ ਮੰਗਾਉਣਾ, ਫਿਰ ਕਿਸੇ ਨੇ ਨਹੀਂ ਪੁੱਛਣਾ, ਜੋ ਆਪੇ ਉੱਠ ਕੇ ਚੱਲ ਜਾਣਗੇ, ਬਹਿ ਕੇ ਚਲੇ ਜਾਣਗੇ। ਜਦੋਂ ਪਰਾਉਣੇ ਆਉਂਦੇ ਨਾ ਤੇ ਪਹਿਲੇ ਦਿਨ ਅਸੀਂ ਬੜੀ ਆਓ ਭਗਤ ਕਰਦੇ ਹਾਂ, ਫਿਰ ਜਦੋਂ ਤੀਸਰਾ ਦਿਨ ਹੁੰਦਾ ਫਿਰ ਠੀਕ ਠੀਕ ਲਾਉਂਦੇ ਆ, ਤੇ ਚੌਥੇ ਦਿਨ ਉਹਨੂੰ ਕਹਿੰਦੇ ਆ ਵੀ ਆਜਾ ਪੁੱਠੇ ਵੀ ਪਵਾ ਲਾ ਸਾਡੇ ਨਾਲ ਜੀ। ਸੋ ਇਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਜਿਹੜਾ ਸੰਘਰਸ਼ ਹੈ ਇਹਦੇ ਨਾਲ ਵੀ ਕੁਝ ਇਦਾਂ ਦਾ ਹੀ ਹੋਊਗਾ। ਇਹ ਸੰਘਰਸ਼ ਪਹਿਲਾਂ ਜਦੋਂ ਪੰਜਾਬ 'ਚ ਸੀਗਾ ਤੇ ਇੱਕ ਛੋਟਾ ਜਿਹਾ ਬੱਚਾ ਸੀ, ਦਿੱਲੀ ਤੁਰਿਆ ਤੇ ਨੌਜਵਾਨ ਹੋ ਗਿਆ, ਤੇ ਹੁਣ ਆਪਣੇ ਪਰੋੜ ਤੇ ਆਪਣੇ ਸਿਖਰ ਤੇ ਸਿਆਣਿਆਂ ਵਾਂਗੂ ਗੱਲਾਂ ਕਰ ਰਿਹਾ ਹੈ ਜੀ। ਸੋ ਇਹ ਇੱਕ ਬਹੁਤ ਸਾਡੀ ਰਹਿਤਲ ਦੇ ਉੱਤੇ, ਧਰਮ ਦੇ ਉੱਤੇ ਹੋ ਗਿਆ ਹੈ, ਸਾਡੀਆਂ ਪਰੰਪਰਾਵਾਂ ਦੇ ਉੱਤੇ ਹੋ ਗਿਆ। ਹੁਣ ਇਹ ਸੰਘਰਸ਼ ਮਰਦਾ ਨਹੀਂ, ਸਗੋਂ ਇਹ ਹੁਣ ਸੰਘਰਸ਼ ਜਿੱਤੇਗਾ। ਤੇ ਜਿੱਤ ਦੀ ਜਿਹੜੀ ਬਾਜੀ ਹੈ, ਜਿਵੇਂ ਤੁਸੀਂ ਕਿਹਾ ਕਿ ਚਾਹੇ ਉਹ 2024 ਹੋਵੇ ਜਾਂ ਫਿਰ ਅਕਤੂਬਰ ਵਾਲਾ ਅਲਟੀਮੇਟਮ ਹੋਵੇ, ਇਹ ਜਦੋਂ ਤੱਕ ਚੱਲੇਗਾ। ਹੁਣ ਭੱਜਦਿਆਂ ਨੂੰ ਵਾਣ ਇੱਕੋ ਜਿਹੀ ਆ। ਹੁਣ ਤਾਂ ਸੀਖ ਜਿਹੜੀ ਹੈ ਜਾਂ ਕਹ ਲਓ ਸੀ ਜਿਹੜੀ ਆ ਉਹ ਸਰਕਾਰਾਂ ਵੱਲੋਂ ਵੀ ਨਿਕਲ ਰਹੀ ਹੈ। ਸਾਡੀ ਤਾਂ ਸੀ ਜਿਹੜੀ ਇਹਨਾਂ ਨੇ ਕੱਢਣੀ ਸੀ, ਕੱਢ ਲਈ। ਅਸੀਂ ਦੇਖ ਵੀ ਲਿਆ ਵੀ ਅਸੀਂ ਕਿੱਥੇ ਤੱਕ ਆ, ਕਿਉਂਕਿ ਸਾਡੀ ਧਰਤੀ ਉਹਨਾਂ ਯੋਧਿਆਂ ਦੀ ਧਰਤੀ ਹੈ ਜਿਹੜੇ ਡਟੇ ਰਹਿੰਦੇ ਨੇ। ਜੇ ਕਿਸਾਨਾਂ ਦੀ ਗੱਲ ਕਰੀਏ ਤੇ ਉਹ ਰਾਤ ਨੂੰ ਪਾਣੀ ਲਾਉਣਾ ਵੀ ਜਾਣਦੇ ਨੇ, ਉੱਥੇ ਖੂਹ ਤੇ ਸੌਣਾ ਵੀ ਜਾਣਦੇ ਨੇ। ਉਹਨਾਂ ਲਈ ਤੇ ਕੀ 5 ਸਟਾਰ ਆ ਤੇ ਕੀ ਹੁਣ ਸਿੰਘੂ ਬਾਰਡਰ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ। ਖੈਰ ਸਾਹਿਬ, ਹੁਣ ਹਰ ਇੱਕ ਨੂੰ ਪਤਾ ਚੱਲ ਗਿਆ ਕਿ ਜਿਹੜਾ ਅੰਦੋਲਨ ਹੈ ਉਹ ਕਾਫੀ ਲੰਮਾ ਚੱਲੇਗਾ। ਇਸ ਕਰਕੇ ਉਹਨਾਂ ਨੇ ਵੀ ਕਹਿਤਾ, ਕਿਸਾਨ ਆਗੂਆਂ ਨੇ ਵੀ ਕਹਿਤਾ ਕਿ ਬਈ ਜਾ ਕੇ ਆਪਣੀ ਫਸਲਾਂ ਵੀ ਸਾਂਭੋ ਤੇ ਆ ਕੇ ਇੱਥੇ ਆਪਣਾ ਮੋਰਚਾ ਵੀ ਸਾਂਭੋ। ਸੋ ਸਾਈਮਲਟੇਨੀਅਸਲੀ ਜਿਹੜੇ ਕੰਮ ਨੇ ਹੁਣ ਲਗਾਤਾਰ ਜਾਰੀ ਨੇ। ਉਸ ਤੋਂ ਇਲਾਵਾ ਬੇਸ਼ਰਮੀ ਦੀ ਹੱਦ ਵੇਖਣ ਵਾਲੀ ਹੈ ਕੇਂਦਰ ਸਰਕਾਰ ਦੀ, ਜਿਹਨਾਂ ਨੂੰ ਪਤਾ ਲੱਗ ਗਿਆ ਕਿ ਬੰਗਾਲ ਦੇ ਵਿੱਚ ਇਲੈਕਸ਼ਨ ਨੇ ਤੇ ਅਮਿਤ ਸ਼ਾਹ ਬੈਕ ਟੂ ਬੈਕ ਸਟੇਟਮੈਂਟਾਂ ਦੇ ਰਹੇ ਨੇ। ਕਹਿੰਦੇ ਕਿ ਬਈ ਹੁਣ ਜਦੋਂ ਕਰੋਨਾ ਦੀ ਵੈਕਸੀਨੇਸ਼ਨ ਖਤਮ ਹੋ ਜਾਏਗੀ ਉਦੋਂ ਅਸੀਂ CAA ਜਿਹੜਾ NRC ਜਿਹੜਾ ਇਹਨਾਂ ਦਾ ਜਿਹੜਾ ਕਾਨੂੰਨ ਸੀਗਾ ਉਹਨਾਂ ਨੂੰ ਲਾਗੂ ਕਰ ਦੇਵਾਂਗੇ। ਸੋ ਕਹਿਣ ਦਾ ਭਾਵ ਕਿ ਆਪਣੇ ਇਲੈਕਸ਼ਨ ਦੇ ਏਜੰਡੇ ਵਿੱਚ ਕੁਝ ਵੀ ਬੋਲਿਆ ਜਾ ਰਿਹਾ, ਕੁਝ ਵੀ ਕਿਹਾ ਜਾ ਰਿਹਾ, ਜਸਟ ਕਿ ਹਾਂ ਵੀ ਸਾਨੂੰ ਜਿਹੜੇ ਵੋਟਾਂ ਜਿਹੜੀਆਂ ਨੇ ਉੱਥੋਂ ਦੀ ਬੰਗਾਲ ਦੀਆਂ ਸਾਨੂੰ ਮਿਲ ਜਾਣ, ਆਪਾਂ ਇੱਥੇ ਜਿੱਤ ਲਈਏ। ਮਤਲਬ ਤੁਸੀਂ
ਜਿੱਤਣ ਤੋਂ ਬਾਅਦ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਇਲੈਕਸ਼ਨ ਸੀਗੇ, ਪੰਜਾਬ ਵਿੱਚ ਵੀ ਇਹਨਾਂ ਨੇ ਕਾਫੀ ਰੈਲੀਆਂ ਕੀਤੀਆਂ, ਜਿਸ ਕੇਸਰੀ ਝੰਡੇ ਦਾ ਬੜਾ ਇਹਨਾਂ ਨੂੰ ਚੁੱਭਿਆ ਬੜਾ, ਉਹੀ ਝੰਡੇ ਦੀ ਪੱਗਾਂ ਬੰਨ੍ਹ ਕੇ ਇੱਥੇ ਆ ਕੇ ਲੋਕਾਂ ਨੂੰ ਸੰਬੋਧਨ ਕਰਦੇ ਰਹੇ ਨੇ। ਐਂਡ ਉਹੀ ਲੋਕ ਜਦੋਂ ਆਪਣਾ ਹੱਕ ਮੰਗਦੇ ਆ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਸੀਂ ਤਾਂ ਬਈ ਆਤੰਕਵਾਦੀ ਹੋ, ਤੁਸੀਂ ਤਾਂ ਬਈ ਖੱਬੇ ਪੱਖੀ ਹੋ। ਸੋ ਅਗਰ ਹੁਣ ਬੰਗਾਲ ਦੀ ਗੱਲ ਕਰੀਏ ਤਾਂ ਹੁਣ ਉੱਥੇ ਇਲੈਕਸ਼ਨ ਜਿੱਤਣ ਦੇ ਲਈ ਕਾਫੀ ਕੁਝ ਕੀਤਾ ਜਾ ਰਿਹਾ, ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦੇਵਾਂਗੇ, ਜਦੋਂ ਉੱਥੇ ਵੀ ਕੱਲ ਨੂੰ ਕੋਈ ਪ੍ਰੋਬਲਮ ਹੋਵੇਗੀ ਤਾਂ ਉੱਥੋਂ ਫਿਰ ਇਹਨਾਂ ਨੇ ਪੱਲਾ ਝਾੜ ਲੈਣਾ। ਸੋ ਸਰਕਾਰਾਂ ਜਿਹੜੀਆਂ ਨੇ ਕਿੰਨੀਆਂ ਬਸ਼ਰਮ ਜਿਹੜੀਆਂ ਨੇ ਉਹ ਤੁਹਾਨੂੰ ਪਹਿਲੇ ਦਿਨ ਤੋਂ ਪਤਾ ਚੱਲ ਗਿਆ, ਪਰ ਹਰ ਰੋਜ਼ ਨਵਾਂ ਜਿਹੜਾ ਰੰਗ ਇਹਨਾਂ ਦਾ ਹੈ ਉਹ ਸਾਨੂੰ ਵੇਖਣ ਨੂੰ ਮਿਲ ਰਿਹਾ। ਖੈਰ ਸਾਹਿਬ, ਪੰਜਾਬ ਵਿੱਚ ਵੀ ਇਲੈਕਸ਼ਨ ਹੈ, ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਨਗਰ ਨਿਗਮ ਦੀਆਂ ਕੁਝ ਥਾਵਾਂ ਦੇ ਉੱਪਰ ਚੋਣਾਂ ਨੇ, 14 ਫਰਵਰੀ ਨੂੰ ਵੋਟਾਂ ਪੈਣਗੀਆਂ। ਸੋ ਉੱਥੇ ਹੁਣ ਲੋਕਾਂ ਦੇ ਹੱਥ ਵਿੱਚ ਡਿਸੀਜਨ ਨੇ ਕਿ ਉਹ ਕਿਵੇਂ ਸਰਕਾਰਾਂ ਤੱਕ ਜਵਾਬ ਪਹੁੰਚਾਉਂਦੀਆਂ ਨੇ, ਕਿਵੇਂ ਸਰਕਾਰਾਂ ਨੂੰ ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ਾਂ ਕਰਦੀਆਂ ਨੇ ਕਿ ਉਹ ਕਿਹਨਾਂ ਨੂੰ ਵੋਟ ਪਾਉਂਦੀਆਂ ਨੇ। ਕਿਉਂਕਿ ਤਿੰਨੋਂ ਚਾਰੋਂ ਜਿਹੜੀਆਂ ਮੈਂ ਕਹਿੰਦਾ ਪਾਰਟੀਆਂ ਜਿਹੜੀਆਂ ਨੇ, ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਭਾਜਪਾ ਤੇ ਭਾਵੇਂ ਆਮ ਆਦਮੀ ਪਾਰਟੀ, ਜੋ ਕਿ ਹਰ ਥਾਂ ਤੇ ਅੱਜ ਇਸ ਵਾਰ ਇਲੈਕਸ਼ਨ ਲੜ ਰਹੀ ਹੈ, ਸੋ ਉਹਨਾਂ ਦੇ ਹੱਥ ਵਿੱਚ ਫੈਸਲਾ ਹੋਵੇਗਾ ਕਿ ਸਰਕਾਰ ਨੂੰ ਪਤਾ ਚੱਲ ਜਾਏਗਾ ਕਿ ਜੋ ਕਾਨੂੰਨ ਜਿਹੜੇ ਉਹਨਾਂ ਨੇ ਲਿਆਂਦੇ ਨੇ ਉਹਨਾਂ ਦਾ ਲੋਕਾਂ ਦੇ ਉੱਪਰ ਕੀ ਅਸਰ ਹੈ, ਲੋਕੀ ਉਹਨਾਂ ਨੂੰ ਫੇਵਰ ਕਰ ਰਹੇ ਨੇ, ਲੋਕੀ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ। ਸੋ ਆ ਭਾਵੇਂ ਥੋੜੇ ਜਿਹੇ ਇਲੈਕਸ਼ਨਸ ਨੇ, ਥੋੜੇ ਥਾਵਾਂ ਦੇ ਉੱਪਰ ਨੇ, ਪਰ ਸਰਕਾਰ ਨੂੰ ਇੱਕ ਮੈਸੇਜ ਕਲੀਅਰ ਮਿਲ ਜਾਏਗਾ ਕਿ ਪੰਜਾਬ ਦੀ ਆਵਾਮ ਜਿਹੜੀ ਹੈ ਉਹ ਕੀ ਚਾਹੁੰਦੀ ਹੈ। ਦੇਖੋ, ਪੰਜਾਬ ਤੇ ਹਰਿਆਣੇ ਦੀ ਗੱਲ ਕੀਤੀ ਜਾਵੇ ਤੇ ਬੀਜੇਪੀ ਦਾ ਬਾਈਕਾਟ ਲੋਕਾਂ ਨੇ ਕਰਨਾ ਸ਼ੁਰੂ ਉਦੋਂ ਹੀ ਕਰ ਦਿੱਤਾ ਸੀ ਜਦੋਂ ਅੰਦੋਲਨ ਜਿਹੜਾ ਸੀ ਉਹ ਹੌਲੀ ਅੱਗ ਫੜਦਾ ਸੀ। ਕਿਉਂਕਿ ਜੋ ਖੱਟੜ ਸਾਹਿਬ ਨੇ ਕੀਤਾ ਉਹ ਵੀ ਅਸੀਂ ਝੁਠਲਾ ਨਹੀਂ ਸਕਦੇ, ਔਰ ਜੋ ਸਾਡੇ ਨਾਲ ਬੀਜੇਪੀ ਵਾਲਿਆਂ ਨੇ ਕੀਤਾ ਉਹ ਤੇ ਸਾਡੇ ਪ੍ਰਤੱਖ ਹੈ। ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕੀ ਬਹੁਤ ਸਿਆਣੇ ਨੇ, ਇੰਨੇ ਜ਼ਿਆਦਾ ਸਿਆਣੇ ਨੇ ਕਿ ਇਹ ਤਾਂ ਹੀ ਖੜੇ ਹੋਏ ਨੇ ਕਿ ਇਹਨਾਂ ਨੂੰ ਪਤਾ ਸੀ ਕਿ ਇਹ ਖੇਤੀ ਕਾਨੂੰਨ ਜਿਹੜੇ ਨੇ, ਜਿਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਨੇ, ਜਿਹਨੂੰ ਨਰਿੰਦਰ ਸਿੰਘ ਤੋਮਰ ਕਹਿੰਦਾ ਵੀ ਕਾਲਾ ਕੀ ਹੈ, ਕੱਲੀ ਚੀਜ਼ ਦੱਸੀ ਹੈ ਉਹ ਕਾਲਾ ਆ, ਹੁਣ ਤੱਕ ਕਾਲੇ ਤੁਹਾਡੇ ਦਿਲ ਵੀ ਨਜ਼ਰ ਆਉਂਦੇ ਨੇ। ਸੋ ਮੈਨੂੰ ਲੱਗਦਾ ਕਿ ਇਹ ਐਡਾ ਚਾਨਣਾ ਪਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਪੰਜਾਬ ਦਾ ਹਰ ਬੰਦਾ, ਪੰਜਾਬ ਦੇ ਹਰ ਘਰ ਚੋਂ ਜਿਹੜਾ ਹੈ ਕਿਸਾਨੀ ਅੰਦੋਲਨ ਦੇ ਪਿੱਛੇ ਗਿਆ ਹੋਇਆ, ਇਸ ਲਈ ਉਹਨਾਂ ਨੇ ਆਪ ਪ੍ਰਤੱਖ ਜਵਾਬ ਦੇਣਾ ਹੈ ਹੀ। ਸੋ ਖੈਰ ਸਾਹਿਬ, ਅਸੀਂ ਗੱਲ ਕੀਤੀ ਅਲੱਗ-ਅਲੱਗ ਪਾਰਟੀਆਂ ਦੀ ਕਿ ਕਿਵੇਂ ਉਹਨਾਂ ਦੀ ਜਿਹੜੀ ਇੱਜ਼ਤ ਹੈ, ਉਹਨਾਂ ਦਾ ਜਿਹੜਾ ਫਿਊਚਰ ਹੈ ਉਸ ਇਲੈਕਸ਼ਨਾਂ ਵਿੱਚ ਸਾਫ਼ ਉਹਨਾਂ ਦੇ ਲੋਕਾਂ ਦੇ ਹੱਥ ਵਿੱਚ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਆਪੋਜੀਸ਼ਨ ਪਾਰਟੀ ਦੀ, ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜੇ ਐਕਸ ਪ੍ਰਧਾਨ ਨੇ ਹਨਾ, ਜਿਹੜੇ ਰਾਹੁਲ ਗਾਂਧੀ ਹੋਣਾ ਨੇ, ਉਹਨਾਂ ਨੇ ਕੱਲ ਬੜੀ ਲੰਬੀ ਬੜੀ ਵੱਡੀ ਸਪੀਚ ਦਿੱਤੀ ਹੈ ਜੋ ਕਿ ਹਰ ਇੱਕ ਨਿਊਜ਼ ਚੈਨਲ ਵਿੱਚ ਛਾਏ ਰਹੇ। ਸੋ ਉਹਨਾਂ ਨੇ ਕਿਹੜੀਆਂ ਮੇਨ ਹਾਈਲਾਈਟਸ ਦੀਆਂ ਗੱਲਾਂ ਕੀਤੀਆਂ? 2 ਦਿਨ ਹੋ ਗਿਆ ਇਹ ਇਕੱਲੇ ਰਾਹੁਲ ਗਾਂਧੀ ਨਹੀਂ, ਪਰਸੋਂ ਉਹਨਾਂ ਦੀ ਭੈਣ ਵੀ ਛਾਈ ਹੋਈ ਸੀ। ਕੱਲ ਉਹਨਾਂ ਦੀ ਭੈਣ ਜਿਹੜੀ ਆ ਪ੍ਰਯਾਗਰਾਜ ਦੇ ਵਿੱਚ ਜਿਹੜਾ ਸੰਗਮ ਹੈ ਉੱਤੇ ਡੁਬਕੀ ਲਾਉਂਦੀ ਨਜ਼ਰ ਆਈ। ਤੇ ਕੱਲ ਰਾਹੁਲ ਗਾਂਧੀ ਜਿੱਥੇ ਉਹਨੇ ਉਧਰ ਆਪਣਾ ਪਾਰ ਉਤਾਰਾ ਕੀਤਾ ਤੇ ਰਾਹੁਲ ਗਾਂਧੀ ਨੂੰ ਲੱਗਿਆ ਕਿ ਲੋਕ ਸਭਾ ਦੇ ਵਿੱਚ ਵੀ ਬੋਲਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਅੱਗੇ ਹੁੰਦਾ ਸੀ ਹਮ ਦੋ ਹਮਾਰੇ ਦੋ, ਕਹਿੰਦੇ ਹੁਣ ਸਲੋਗਨ ਸੇਮ ਹੀ ਆ, ਹਮ ਦੋ ਹਮਾਰੇ ਦੋ, ਪਰ ਇਹਦੇ ਵਿੱਚ ਹਮ ਦੋ ਹਮਾਰੇ ਦੋ ਦੇ ਵਿੱਚ ਪਤਾ ਗਵਰਨਮੈਂਟ ਤੇ ਕਾਰਪੋਰੇਟ ਹੈ ਵੀ ਹਮ ਚਲेंगे तो तुमको साथ लेके चलेंगे। बीजेपी ਦਾ ਇੱਕ ਲੋਗੋ ਜਿਹੜਾ ਹੈ, ਇੱਕ ਜਿਹੜਾ ਮੋਟੋ ਹੈ ਕਿ ਸਬਕਾ ਸਾਥ ਸਬਕਾ ਵਿਕਾਸ, ਉਹ ਇਦਾਂ ਲੱਗਦਾ ਹੈ ਕਿ ਸਬਕਾ ਸਾਥ ਤੇ ਸਬਕਾ ਵਿਕਾਸ ਸਿਰਫ ਉਹਨਾਂ ਦੋਨਾਂ ਲੋਕਾਂ ਦਾ ਵਿਕਾਸ ਹੈ, ਜਾਂ ਤਾਂ ਗਵਰਨਮੈਂਟ ਦਾ ਵਿਕਾਸ ਹੈ ਤੇ ਜਾਂ ਫਿਰ ਕਾਰਪੋਰੇਟ ਵਾਲਿਆਂ ਦਾ ਵਿਕਾਸ ਹੈ। ਇਹ ਜਿਹੜੀ ਪ੍ਰਤੱਖ ਗੱਲ ਕੱਲ ਰਾਹੁਲ ਗਾਂਧੀ ਨੇ ਵੀ ਉੱਥੇ ਕਹੀ ਹੈ, ਔਰ ਬਹੁਤ ਸਾਰੇ ਟੀਵੀ ਚੈਨਲ ਨੇ ਇਹੀ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਹਮਾਰੇ ਦੋ ਹਮ ਦੋ ਵਾਲੀ ਜਿਹੜੀ ਸਟੇਟਮੈਂਟ ਹੈ ਉਹ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਪਰ ਇਦਾਂ ਦਾ ਜਿਹੜਾ ਇੱਕ ਘਮਾਸਾਨ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਜੀ। ਉਹਨਾਂ ਨੇ ਕਿਹਾ ਵੀ ਗਵਰਨਮੈਂਟ ਜਿਹੜੀ ਹੈ ਜੇ ਇਹ ਨਾ ਸਮਝੇ ਕਿ ਕਿਸਾਨ ਇਕੱਲੇ ਨੇ, ਹੁਣ ਉਸ ਕਿਸਾਨ ਜਿਹੜੇ ਉਹ ਇਕੱਲੇ ਨਹੀਂ ਗਏ, ਉਹਨਾਂ ਦੇ ਨਾਲ ਜੇ ਅਸੀਂ ਕਿਤੇ ਕੱਲ੍ਹ ਨੂੰ ਪਾਵਰ 'ਚ ਆ ਗਏ ਤਾਂ ਅਸੀਂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਪਰ ਕਿਤੇ ਨਾ ਕਿਤੇ ਮੈਨੂੰ ਇਹਨਾਂ ਦੀ ਨਾ ਮਨਸ਼ਾ ਦੇ ਉੱਤੇ ਬਹੁਤ ਕਲੀਅਰਟੀ ਨਹੀਂ ਆਉਂਦੀ। ਜਿੱਦਾਂ ਮੈਨੂੰ ਬੀਜੇਪੀ ਦੇ ਉੱਤੇ ਯਕੀਨ ਨਹੀਂ ਆਉਂਦਾ, ਮੈਨੂੰ ਇਹਨਾਂ ਦੇ ਉੱਤੇ ਵੀ ਨਹੀਂ ਆਉਂਦਾ ਜੀ। ਇਹ 4 ਦਿਨ ਬੋਲਦੇ ਨੇ, 4 ਦਿਨ ਬਾਅਦ ਫੇਰ ਚੁੱਪ ਹੋ ਜਾਂਦੇ ਨੇ, ਜਾਂ ਤਾਂ ਫਿਰ ਤੁਸੀਂ ਮਾਮਲਾ ਜਿਹੜਾ ਹੈ ਉਦੋਂ ਤੱਕ ਲਈ ਫਿਰੋ। ਜਿਵੇਂ ਹੁਣ ਅਸੀਂ ਪੰਜਾਬੀ ਹੋ ਗਏ, ਹਰਿਆਣਵੀ ਹੋ ਗਏ, ਯੂਪੀ ਵਾਲੇ ਹੋ ਗਏ, ਅਸੀਂ ਹੁਣ ਜਾਂ ਉੱਤਰਾਖੰਡ ਵਾਲੇ ਹੋ ਗਏ, ਅਸੀਂ ਉਦੋਂ ਤੱਕ ਹੁਣ ਮਾਮਲਾ ਫੜਿਆ ਹੋਇਆ ਜਦ ਤੱਕ ਅਸੀਂ ਇਸ ਤੋਂ ਪਾਰ ਉਤਾਰਾ ਨਹੀਂ ਕਰ ਲੈਂਦੇ। ਇਹ ਜਿਹੜੇ ਓਪੋਜੀਸ਼ਨ ਹੈ ਨਾ, ਇਹ 4 ਦਿਨ ਬੋਲਦੀ ਹੈ, 4 ਦਿਨ ਫਿਰ ਬੰਦ, 4 ਦਿਨ ਬੋਲਦੀ, 4 ਦਿਨ ਫਿਰ ਬੰਦ। ਉਹ ਜਿਹੜੀ ਤੂਤੀ ਹੈ ਉਹ ਵੀ ਕਿਸੇ ਨੂੰ ਨਹੀਂ ਪਾਉਂਦੀ ਜੀ। ਖੈਰ ਸਾਹਿਬ, ਹੁਣ ਇੱਕ ਹੋਰ ਜਿਹੜੀ ਹਾਈਲਾਈਟ ਖਬਰ ਜਿਹੜੀ ਮੈਂ ਦੇਖ ਪਾ ਰਿਹਾ ਕਿ ਹੁਣ ਮਹਾ ਪੰਚਾਇਤ ਜਿਹੜੀ ਹੈ ਹੁਣ ਮਹਾਰਾਸ਼ਟਰ ਵਿੱਚ ਹੋਵੇਗੀ ਤੇ 20 ਫਰਵਰੀ ਨੂੰ ਹੋਏਗੀ, ਜਿੱਥੇ ਸਾਡੇ ਜਿਹੜੇ ਰਾਕੇਸ਼ ਟਕੈਤ ਨੇ ਉਹ ਜਾ ਕੇ ਮਹਾ ਪੰਚਾਇਤ ਨੂੰ ਸੰਬੋਧਨ ਕਰਨਗੇ। ਸੋ ਅਸੀਂ ਪਿੱਛੇ ਜੀ ਵੇਖਿਆ ਕਿ ਹਰਿਆਣਾ ਵਿੱਚ ਵੀ ਹੋਈਆਂ, ਉੱਤਰ ਪ੍ਰਦੇਸ਼ ਵਿੱਚ ਵੀ ਹੋਈਆਂ, ਹੁਣ ਤਾਂ ਪੰਜਾਬ ਵਿੱਚ ਵੀ ਸਿਲਸਿਲਾ ਸ਼ੁਰੂ ਹੋ ਚੁੱਕਿਆ। ਸੋ ਲੱਗ ਰਿਹਾ ਹੈ ਕਿ ਹੁਣ ਇੱਕ ਹਰ ਸਟੇਟ ਵਿੱਚ ਲੋਕਾਂ ਨੂੰ ਸਮਝਾਉਣ ਦੇ ਲਈ, ਲੋਕਾਂ ਨੂੰ ਆਪਣੇ ਨਾਲ ਲਗਾਉਣ ਦੇ ਲਈ ਮਹਾ ਪੰਚਾਇਤ ਦਾ ਸਹਾਰਾ ਲਿਆ ਜਾ ਰਿਹਾ ਤੇ ਮਹਾ ਪੰਚਾਇਤ ਵਿੱਚ ਲੋਕਾਂ ਨੂੰ ਸਪੋਰਟ ਜਿਹੜੀ ਹੈ ਚੰਗੀ ਮਿਲ ਵੀ ਰਹੀ ਹੈ। ਸੋ ਇਹੀ ਕਾਰਨ ਹੈ ਕਿ ਮਹਾ ਪੰਚਾਇਤ ਜਿਹੜੀ ਹੈ ਹੁਣ ਮਹਾਰਾਸ਼ਟਰ ਵਿੱਚ ਹੋਵੇਗੀ। ਸੋ ਮਹਾਰਾਸ਼ਟਰ ਵਿੱਚ ਮਹਾ ਪੰਚਾਇਤ, ਇਸ ਨੂੰ ਕਿਵੇਂ ਦੇਖਦੇ ਆ? ਦੇਖੋ, ਉਹ ਗੱਲ ਇਹ ਹੈ ਕਿ ਹੁਣ ਥੱਲੇ ਤੋਂ ਜਿਹੜੀ ਲਾਮਬੰਦੀ ਹੋਣੀ ਸ਼ੁਰੂ ਹੋ ਗਈ ਹੈ। ਜਦੋਂ ਮਹਾਰਾਸ਼ਟਰ ਦੀ ਗੱਲ ਕਰਦੇ ਆ ਤੇ ਮਹਾਰਾਸ਼ਟਰ ਜਿਹੜਾ ਹੈ ਅੱਜ ਨਹੀਂ ਸੰਘਰਸ਼ ਕਰ ਰਿਹਾ, ਮਹਾਰਾਸ਼ਟਰ 2 ਸਾਲ ਤੋਂ ਪਹਿਲਾਂ ਵੀ ਸੰਘਰਸ਼ ਕਰ ਰਿਹਾ ਸੀ ਜੀ।
ਇੱਕ ਬੜੀ ਵੱਡੀ ਰੈਲੀ ਮਹਾਰਾਸ਼ਟਰ ਦੇ ਲੋਕਾਂ ਨੇ ਕੱਢੀ ਸੀ, ਆਪਣੇ ਸਿਰ ਦੇ ਉੱਤੇ ਲਾਲ ਪਟਕੇ ਬੰਨ੍ਹ ਕੇ, ਲਾਲ ਆਪਣੇ ਕੁੜਤੇ ਪਾ ਕੇ, ਕਿ ਦੱਸਣ ਲਈ ਵੀ ਅਸੀਂ ਕੀਰਤੀ ਆ ਜੀ, ਅਸੀਂ ਕੀਰਤੀ ਜਿਹੜੇ ਆ, ਸਾਡੇ ਨਾਲ ਧੱਕਾ ਹੋ ਰਿਹਾ। ਪਰ ਉਹ ਕਿਸੇ ਵੀ ਸੱਦ ਕੇ ਜਾਈਏ ਸਾਡੇ ਨੈਸ਼ਨਲ ਮੀਡੀਆ ਦੇ ਉੱਤੇ, ਉਹਨਾਂ ਦੀ ਇੱਕ ਵੀ ਫੋਟੋ ਜਿਹੜੀ ਹੈ ਉਹ ਸਾਨੂੰ ਦੇਖਣ ਨੂੰ ਨਹੀਂ ਮਿਲੀ। ਹੁਣ ਇਹਨਾਂ ਨੇ ਜਦੋਂ ਕਿਸਾਨੀ ਅੰਦੋਲਨ ਦੇ ਅਸੀਂ ਲਾ ਰਹੇ ਸੀ, ਟਰੈਕਟਰ ਰੈਲੀ ਲਾ ਰਹੇ ਸੀ, ਉਹਦੇ ਸਾਈਮਲਟੇਨੀਅਸਲੀ ਉਹਦੇ ਨਾਲ ਨਾਲ ਉਹਨਾਂ ਨੇ ਵੀ ਆਪਣੀ ਇੱਕ ਪਦ ਯਾਤਰਾ 2 ਦਿਨ ਪਹਿਲਾਂ ਕੱਢੀ ਸੀ। ਉਹ ਰਿਲਾਇੰਸ ਦੇ ਵੱਡੇ ਮਾਲ ਦੇ ਸਾਹਮਣੇ ਆ ਕੇ ਧਰਨਾ ਵੀ ਲਾਉਣਾ ਚਾਹੁੰਦੇ ਸੀ, ਪਰ ਉਹ ਗੱਲ ਵੱਖਰੀ ਕਿ ਚਲੋ ਉੱਥੇ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਕੰਜਸਟਡ ਪਲੇਸ ਹੈ, ਤੁਸੀਂ ਇੱਥੇ ਨਾ ਧਰਨਾ ਲਾਓ। ਉਹ ਆਏ, ਉਹ ਚਲੇ ਗਏ। ਮਹਾਰਾਸ਼ਟਰ ਤੋਂ ਤਵੱਕੋ ਬਹੁਤ ਕੀਤੀ ਜਾ ਸਕਦੀ ਹੈ। ਸ਼ਾਇਦ ਪਹਿਲਾਂ ਤਾਂ ਨੈਸ਼ਨਲ ਮੀਡੀਆ ਨੇ ਇਹਨੂੰ ਕਵਰ ਨਹੀਂ ਕੀਤਾ, ਪਰ ਫਿਰ ਮੈਨੂੰ ਲੱਗਦਾ ਕਿ ਹੁਣ ਜਦੋਂ ਮਹਾਪੰਚਾਇਤ ਹੋਏਗੀ ਉਹ ਕਵਰ ਕਰ ਲਿਆ ਜਾਏਗੀ। ਜੀ, ਸਾਨੂੰ ਪਹਿਲਾਂ ਇਹ ਮਹਾਪੰਚਾਇਤਾਂ ਦਾ ਜਦੋਂ ਸਿਲਸਿਲਾ ਸੀਗਾ, ਆਪਾਂ ਨੂੰ ਸਿਰਫ ਤੇ ਸਿਰਫ ਹਰਿਆਣਾ ਦਾ ਪਤਾ ਸੀ, ਯੂਪੀ ਦਾ ਪਤਾ ਸੀ। ਹੁਣ ਕਿਤੇ ਨਾ ਕਿਤੇ ਇਹ ਲਾਮਬੰਦੀ ਹੈ, ਇਹ ਮਹਾਪੰਚਾਇਤਾਂ ਨਹੀਂ ਹੈ ਗੱਲੀਆਂ, ਇਹ ਲਾਮਬੰਦੀ ਹੈ ਛੋਟੇ ਪੁਆਇੰਟ ਤੋਂ, ਕਹ ਲਿਆ ਕਿ ਫਸਟ ਸਟੈਪ ਤੋਂ ਸ਼ੁਰੂ ਹੋ ਕੇ ਹੁਣ ਸੈਂਟਰ ਤੱਕ ਜਾਂਦੀ ਹੈ। ਸੋ ਇੱਕ ਮੈਂ ਇਹ ਵਧਾਈ ਦਿੰਦਾ ਹਾਂ ਰਾਕੇਸ਼ ਟਕੈਤ ਹੁਣਾਂ ਨੂੰ, ਕਿਉਂਕਿ ਉਹਨਾਂ ਨੇ ਇਹ ਕੰਮ ਜਿਹੜਾ ਹੈ ਉਹਦੀ ਸ਼ੁਰੂਆਤ ਕਰ ਦਿੱਤੀ। ਉਸ ਤੋਂ ਬਾਅਦ ਫਿਰ ਹੁਣ ਹੌਲੀ ਹੌਲੀ ਕਾਰਵਾ ਜਿਹੜਾ ਹੈ ਉਹ ਵਧਣ ਰਿਹਾ ਹੈ। ਸੋ ਵਾਕਈ ਜਿਹੜਾ ਬੇਸ਼ਰਮੀ ਦਾ ਜਿਹੜਾ ਕਾਰਵਾ ਹੈ ਉਹ ਬੀਜੇਪੀ ਵੱਲੋਂ ਵੀ ਫੇਰ ਵੱਧਦਾ ਜਾ ਰਿਹਾ ਹੈ। ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਕਿੱਥੇ ਨੇ ਕਾਲੇ ਕਾਨੂੰਨ, ਤੇ ਹੁਣ ਅਨੁਰਾਗ ਠਾਕੁਰ ਜੋ ਕਿ ਰਾਜ ਸਭਾ 'ਚ ਬੋਲਦੇ ਪਏ ਨੇ ਤੇ ਵਿਰੋਧੀ ਧਿਰਾਂ ਨੂੰ ਪੁੱਛ ਰਹੇ ਨੇ ਕਿ ਕਿੱਥੇ ਲਿਖਿਆ ਕਿ ਮੰਡੀ ਉੱਤੇ ਐਮਐਸਪੀ ਜਿਹੜੀ ਹੈ ਉਹ ਬੰਦ ਹੋ ਜਾਵੇਗੀ। ਦੇਖੋ, ਸੇਮ ਗੱਲ ਜਿਹੜੀ ਹੈ ਨਰਿੰਦਰ ਮੋਦੀ ਹੁਣਾਂ ਨੇ ਥੋੜੇ ਦਿਨ ਪਹਿਲਾਂ ਕਹੀ ਸੀ, ਬਈ ਐਮਐਸਪੀ ਦਾ ਰੌਲਾ ਪਾ ਰਹੇ ਆ, ਅਸੀਂ ਕਿਹਾ ਕਿ ਐਮਐਸਪੀ ਬੰਦ ਹੋ ਗਈ, ਕਾਨੂੰਨ ਜਿਹੜੇ ਨੇ ਉਹ ਚੱਲ ਪਏ ਨੇ। ਤਾਂ ਰਾਕੇਸ਼ ਟਕੈਤ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ, ਕਹਿੰਦੇ ਜੀ ਇਹ ਦੇਖੋ, ਇਹ ਤਾਂ ਗੁੰਮਰਾਹ ਕਰਨ ਵਾਲੀ ਗੱਲ ਹੈ। ਅਸੀਂ ਪੂਰੇ ਸੰਘਰਸ਼ ਦੇ ਵਿੱਚ ਐਮਐਸਪੀ ਨੂੰ ਕਿਹਾ ਕਿ ਐਮਐਸਪੀ ਤਾਂ ਬੰਦ ਹੋਈ ਨਹੀਂ ਹੈਗੀ। ਅਸੀਂ ਕਹਿੰਦੇ ਹਾਂ ਕਿ ਉਹ ਐਮਐਸਪੀ ਨੂੰ ਐਕਟ ਬਣਾ ਕੇ ਉੱਤੇ ਪ੍ਰੋਕਿਉਰਮੈਂਟ ਕਰੋ, ਤੁਸੀਂ ਉੱਤੇ ਖਰੀਦਦਾਰੀ ਯਕੀਨੀ ਬਣਾਓ। ਪਰ ਸਰਕਾਰ ਕੀ ਹੈ ਕਿ ਆਪਣੀਆਂ ਗੱਲਾਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲੇ ਵਾਲਾ ਪੈਂਤਰਾ ਆ, ਪ੍ਰੋਪੇਗੈਂਡਾ ਇਹਨਾਂ ਦਾ। ਇਹਨਾਂ ਨੂੰ ਲੱਗਦਾ ਕਿ ਅਸੀਂ ਇਦਾਂ ਦੀਆਂ ਸਟੇਟਮੈਂਟ ਦੇ ਕੇ ਕੁਝ ਕੁ ਤਬਕਾ ਜਿਹੜਾ ਹੈ ਉਹਨੂੰ ਆਪਣੇ ਹੱਲ ਕਰ ਲਾਂਗੇ। ਸੋ ਪਰ ਇਹ ਹੁਣ ਕਿਤੇ ਨਾ ਕਿਤੇ ਮੁਸ਼ਕਿਲ ਹੈ, ਕਿਉਂਕਿ ਲਾਮਬੰਦੀ ਜਿਹੜੀ ਹੈ ਉਹ ਪਿੰਡਾਂ ਤੋਂ ਲੈ ਕੇ ਦਿੱਲੀ ਦੇ ਬਾਰਡਰ ਤੱਕ ਹੋਣੀ ਸ਼ੁਰੂ ਹੋ ਗਈ ਹੈ। ਮਹਾਪੰਚਾਇਤ ਦਾ ਪ੍ਰਤੱਖ ਹੈ। ਜੀ, ਵਾਕਈ ਮਹਾਪੰਚਾਇਤ ਵਿੱਚ ਵੀ ਸਾਰੇ ਲੋਕ ਜਿਹੜੇ ਇਕੱਠੇ ਹੋ ਰਹੇ ਨੇ। ਇਸ ਤੋਂ ਇਲਾਵਾ ਜਿਹੜਾ ਰਾਜ ਸਭਾ ਐਂਡ ਲੋਕ ਸਭਾ ਦਾ ਸੈਸ਼ਨ ਜਿਹੜਾ ਚੱਲ ਰਿਹਾ, ਉੱਥੇ ਵੀ ਲੋਕਾਂ ਨੂੰ ਕਾਫੀ ਜਾਣਕਾਰੀ ਮਿਲ ਰਹੀ ਹੈ ਤੇ ਸਰਕਾਰ ਦਾ ਸਟੈਂਡ ਕਿੱਥੇ ਹੈ, ਉਹ ਕੀ ਕਹਿਣਾ ਚਾਹੁੰਦੀ ਹੈ ਤੇ ਕੀ ਉਹ ਜਸਟੀਫਾਈ ਕਰ ਪਾ ਰਹੀ ਹੈ, ਉਹ ਵੀ ਲੋਕਾਂ ਨੂੰ ਖੂਬੀ ਸਮਝ ਆ ਰਿਹਾ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡਾ YouTube ਚੈਨਲ ਪੰਜਾਬ ਮਿਲ USA TV ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਜਿਹੜੇ ਕਮੈਂਟਸ ਨੇ ਤੁਸੀਂ ਸਾਨੂੰ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।